ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। ਕੱਲ 122 ਛੰਦ ਤੱਕ ਕਥਾ ਹੋ ਗਈ ਸੀ। ਅੱਜ 123ਵੇਂ ਛੰਦ ਦੀ ਕਥਾ ਸ਼ੁਰੂ ਹੋਣੀ ਹੈ। ਇਹ ਬਾਣੀ ਦਸਮ ਪਾਤਸ਼ਾਹ ਦੀ ਹੈ। ਇਹ ਬਾਣੀ ਹਿੰਦੀ ਇੱਕ, ਸੰਸਕ੍ਰਿਤ 2, ਫਾਰਸੀ 3 ਅਤੇ ਬ੍ਰਜ ਭਾਸ਼ਾ, ਇਹ 4 ਇਹਦੇ 'ਚ ਇਹ ਬੋਲੀਆਂ ਨੇ। ਕਿਉਂਕਿ ਆਮ ਲੋਕਾਂ ਨੂੰ ਹੁਣ ਨਾ ਤਾਂ ਹਿੰਦੀ ਆਉਂਦੀ ਹੈ, ਨਾ ਫਾਰਸੀ ਆਉਂਦੀ ਹੈ, ਨਾ ਬ੍ਰਜ ਭਾਸ਼ਾ ਆਉਂਦੀ ਹੈ, ਨਾ ਸੰਸਕ੍ਰਿਤ ਆਉਂਦੀ ਹੈ। ਇਹ ਵਿਦਵਾਨਾਂ ਦੇ ਕੰਮ ਨੇ। ਆਮ ਬੰਦੇ ਨੂੰ ਇਹ ਨਹੀਂ ਗੱਲਾਂ ਆਉਂਦੀਆਂ, ਇਸ ਲਈ ਉਹਨੂੰ ਇਹ ਬਾਣੀ ਬਹੁਤ ਔਖੀ ਲੱਗਦੀ ਹੈ, ਔਰ ਆਮ ਬੰਦੇ ਲਈ ਵਾਕਈ ਔਖੀ ਹੈ। ਇਸੇ ਲਈ ਬਾਣੀ ਦੀ ਕਥਾ ਹੁੰਦੀ ਹੈ। ਇਹ ਜਿਹੜੀ ਬਾਣੀ ਦੀ ਕਥਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਾਰੇ ਯੁੱਧ ਸਮਾਪਤ ਕਰਕੇ ਦਮਦਮਾ ਸਾਹਿਬ ਪਹੁੰਚੇ, ਉੱਥੇ ਉਹਨਾਂ ਨੇ ਫਿਰ ਇਹ ਦੁਬਾਰਾ ਗੁਰੂ ਗ੍ਰੰਥ ਸਾਹਿਬ ਲਿਖਾਇਆ, ਉਸਦੇ ਨਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ, ਸੰਪੂਰਨ ਕੀਤਾ। ਫਿਰ ਜਿੰਨੀ ਉਹ ਬਾਣੀ ਲਿਖਾ ਲਿਆ ਕਰਦੇ ਸਨ ਭਾਈ ਮਨੀ ਸਿੰਘ ਤੋਂ, ਇਤਿਹਾਸ ਕਹਿੰਦਾ ਹੈ ਕਿ ਸ਼ਾਮ ਨੂੰ ਉਹਦੀ ਫਿਰ ਸੰਗਤ ਦੇ ਵਿੱਚ ਕਥਾ ਕਰਿਆ ਕਰਦੇ ਸਨ। ਸੋ ਬਾਣੀ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੀ ਸ਼ੁਰੂ ਕੀਤੀ ਹੋਈ ਹੈ। ਇਸ ਲਈ ਹੁਣ ਉਹਨੇ ਕਿਉਂ ਸ਼ੁਰੂ ਕੀਤੀ, ਸਵਾਲ ਤਾਂ ਹੈ ਨਾ। ਉਹਨਾਂ ਨੂੰ ਵੀ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਾਂ ਪਾ ਕੇ ਆਮ ਲੋਕਾਂ ਦੀ ਸਮਝ ਤੋਂ ਉੱਪਰ ਹੁੰਦੀ ਜਾ ਰਹੀ ਹੈ। ਇਸ ਲਈ ਉਹਨਾਂ ਆਪ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ। ਉਦੋਂ ਤੋਂ ਫਿਰ ਕਥਾ ਕਰਨ ਦਾ ਵੀ ਰਿਵਾਜ਼ ਸ਼ੁਰੂ ਹੋ ਗਿਆ। ਸੋ ਦਸਮ ਪਾਤਸ਼ਾਹ ਕਹਿ ਰਹੇ ਨੇ, ਤਮੀਜ਼ੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨ। ਤਮੀਜ਼ੁਲ, ਤਮੀਜ਼ ਅੜਕਾ, ਤੈਨੂੰ ਬੋਲਣ ਦੀ ਤਮੀਜ਼ ਨਹੀਂ, ਵੀ ਤੈਨੂੰ ਪਤਾ ਨਹੀਂ ਵੀ ਕਿਹਦੇ ਅੱਗੇ ਕਿਵੇਂ ਬੋਲੀਦਾ ਹੈ। ਹੁਣ ਜਿਹਨੂੰ ਥੋੜ੍ਹੀ ਬਹੁਤੀ ਤਮੀਜ਼ ਹੈ, ਉਹ ਵੱਡੇ ਨੂੰ ਸਤਿਕਾਰ ਸਹਿਤ ਬੋਲੇਗਾ। ਬਰਾਬਰ ਦੇ ਛੋਟੇ ਨੂੰ ਤੂੰ ਵੀ ਕਹਿ ਸਕਦਾ ਹੈ, ਪਰ ਆਪਣੇ ਤੋਂ ਵੱਡੇ ਨੂੰ ਜੇ ਤੂੰ ਕਹਿੰਦਾ ਹੈ ਤਾਂ ਅੜਕਾ ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਇਹਨੂੰ ਬੋਲਣ ਦਾ ਚੱਜ ਨਹੀਂ ਹੈ। ਇਹ ਵੱਡਿਆਂ ਨੂੰ ਤੂੰ ਕਰਕੇ ਬੁਲਾਉਂਦਾ ਹੈ। ਸੋ ਤਮੀਜ਼ੁਲ ਤਮਾਮੈ, ਤਮਾਮ ਸਾਰੇ ਨੂੰ ਕਹਿੰਦੇ ਨੇ। ਉਹਨੇ ਜੀ ਕਾਮ ਤਮਾਮ ਕਰ ਦਿਆ, ਵੀ ਸਾਰਾ ਕੰਮ ਮੁਕਾਤਾ ਸਾਰੇ। ਤਮੀਜ਼ੁਲ ਤਮਾਮੈ, ਉਹਨੂੰ ਸਾਰੇ ਚੱਜ ਆਉਂਦੇ ਨੇ, ਉਹਨੂੰ ਸਾਰੇ ਚੱਜ ਚਾਰ ਆਉਂਦੇ ਨੇ। ਭਾਵ ਨੂੰ ਸਾਰਿਆਂ ਦੀ ਪਹਿਚਾਣ ਹੈ ਕਿ ਇਹ ਬੰਦਾ ਸਹੀ ਹੈ ਕਿ ਗਲਤ ਹੈ। ਕੁਝ ਸਾਨੂੰ ਪਹਿਚਾਣ ਹੀ ਨਹੀਂ, ਸਾਨੂੰ ਬੋਲਣਾ ਵੀ ਨਹੀਂ ਆਵੇਗਾ ਵੀ ਅਸੀਂ ਕਿਸ ਅੱਗੇ ਬੋਲ ਰਹੇ ਹਾਂ। ਇਹਨਾਂ ਗਿਆਨ ਹੋਣਾ ਚਾਹੀਦਾ। ਸੋ ਪਰਮਾਤਮਾ ਨੂੰ ਸਾਰੇ ਚੱਜ ਆਚਾਰ ਆਉਂਦੇ ਨੇ, ਭਾਵ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਵੀ ਕਿਹੜਾ ਚੰਗਾ ਹੈ, ਕਿਹੜਾ ਮੰਦਾ ਹੈ। ਸਭ ਦੀ ਉਹਨੂੰ ਪਹਿਚਾਣ ਹੈ। ਸਾਰੇ ਉਹਨੂੰ ਚੱਜ ਆਚਾਰ ਆਉਂਦੇ ਨੇ। ਰਜੂਅਲ ਨਿਧਾਨੈ, ਰਜੂਅਲ ਹੁੰਦਾ ਧਿਆਨ। ਜੇ ਬੱਚਾ ਹੈ, ਉਹਦੀ ਰੁਚੀ ਵੇਖੀ ਜਾਂਦੀ ਹੈ। ਸਾਡੇ ਦੇਸ਼ ਦਾ ਟੈਸਟ ਨਹੀਂ ਹੈਗੇ। ਬਾਹਰਲੇ ਦੇਸ਼ਾਂ 'ਚ 8ਵੀਂ ਪਾਸ ਕਰਨ ਤੋਂ ਬਾਅਦ 9ਵੀਂ 'ਚ ਬੱਚੇ ਦੇ 2 ਪ੍ਰਕਾਰ ਦੇ ਟੈਸਟ ਹੁੰਦੇ ਨੇ। ਇੱਕ ਨੂੰ ਕਹਿੰਦੇ ਇੰਟੈਲੀਜੈਂਟ ਕੋਸ਼ੈਂਟ, ਵੀ ਇਹ ਕਿਤਨਾ ਹੁਸ਼ਿਆਰ ਹੈ। ਦੂਸਰਾ ਹੁੰਦਾ ਐਪਟੀਚਿਊਡ, ਕਿ ਇਹਦਾ ਝੁਕਾਅ ਕਿਹੜੇ ਪਾਸੇ ਨੂੰ ਹੈ, ਇਹਦੀ ਰੁਚੀ ਕਿੱਧਰ ਹੈ।
ਉਹ ਟੈਸਟ ਲੈ ਕੇ ਫਿਰ ਉਹ ਬੱਚੇ ਨੂੰ ਗਾਈਡ ਕਰਦੇ ਨੇ ਕਿ ਤੂੰ ਫਲਾਣੇ ਕੰਮ 'ਚ ਕਾਮਯਾਬ ਹੋ ਸਕਦਾ, ਤੂੰ ਫਲਾਣੇ ਸਬਜੈਕਟ ਦੇ ਵਿੱਚ ਕਾਮਯਾਬ ਹੋ ਸਕਦਾ, ਤੈਨੂੰ ਕੁਦਰਤ ਨੇ ਸਧਾਰਨ ਜਾਂ ਵਧੀਆ ਜਾਂ ਬਹੁਤ ਵਧੀਆ ਦਿਮਾਗ ਦਿੱਤਾ ਹੋਇਆ ਹੈ। ਉਹ ਦਿਮਾਗ ਦੇ ਅਨੁਸਾਰ ਫਿਰ ਉਹਨੂੰ ਗਾਈਡ ਕੀਤਾ ਜਾਂਦਾ ਕਿ ਤੂੰ ਆਹ ਸਬਜੈਕਟ ਰੱਖ, ਫਿਰ ਤੂੰ ਕਾਮਯਾਬ ਹੋਵੇਂਗਾ। ਸਾਡੇ ਦੇਸ਼ 'ਚ ਉਹ ਹੈ ਨਹੀਂ। ਜੇ ਬਾਪ ਡਾਕਟਰ ਹੈ, ਉਹ ਚਾਹੁੰਦਾ ਮੇਰਾ ਪੁੱਤਰ ਡਾਕਟਰ ਬਣੇ। ਹੋ ਸਕਦਾ ਪੁੱਤਰ ਦੀ ਰੁਚੀ ਇੰਜੀਨੀਅਰ ਬਣਨ ਦੀ ਹੋਵੇ, ਨਹੀਂ ਇੰਜੀਨੀਅਰ ਕਹੂਗਾ ਮੇਰਾ ਪੁੱਤਰ ਇੰਜੀਨੀਅਰ ਹੋਵੇ, ਡਾਕਟਰ ਕਹਿੰਦਾ ਮੇਰਾ ਪੁੱਤਰ ਡਾਕਟਰ ਹੋਵੇ, ਫੌਜੀ ਕਹਿੰਦਾ ਮੇਰਾ ਪੁੱਤਰ ਫੌਜੀ ਹੋਵੇ। ਅਸੀਂ ਆਪਣੀ ਮਰਜ਼ੀ ਬੱਚੇ 'ਤੇ ਠੋਸਦੇ ਹਾਂ, ਉਹਦਾ ਧਿਆਨ ਨਹੀਂ ਰੱਖਦੇ, ਉਹਦਾ ਰੁਚੀ ਨਹੀਂ ਦੇਖਦੇ ਕਿ ਇਹਦੀ ਰੁਚੀ ਕਿਸ ਪਾਸੇ ਨੂੰ ਹੈ। ਜਿਸ ਪਾਸੇ ਬੱਚੇ ਦੀ ਰੁਚੀ ਹੋਵੇਗੀ ਉਸੇ ਦੇ ਵਿੱਚ ਹੀ ਉਹ ਕਾਮਯਾਬ ਹੋਵੇਗਾ। ਰੁਜੂ ਧਿਆਨ ਨੂੰ ਕਹਿੰਦੇ ਨੇ। ਰੁਜੂਅਲ ਨਿਧਾਨੇ, ਤੂੰ ਧਿਆਨ ਦਾ ਖਜ਼ਾਨਾ ਹੈ, ਭਾਵ ਤੂੰ ਸਭ ਦਾ ਧਿਆਨ ਰੱਖਦਾ, ਤੈਨੂੰ ਗਿਆਨ ਹੈ ਸਭ। ਰਜੂਅਲ ਧਿਆਨ ਨੂੰ ਕਹਿੰਦੇ ਨੇ। ਰਜੂਅਲ ਨਿਧਾਨ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ। ਤੂੰ ਧਿਆਨ ਦਾ ਖਜ਼ਾਨਾ ਹੈ। ਹਰੀਫੁਲ ਅਜ਼ੀਮੇ, ਹਰੀਫੁਲ ਹੁੰਦਾ ਜਿਹੜੇ ਧਰਮ ਦੇ ਦੋਖੀ ਨੇ, ਉਹਨਾਂ ਦਾ ਤੂੰ ਵੈਰੀ ਹੈ। ਕਿਹਨਾਂ ਦਾ ਵੈਰੀ ਹੈ? ਜਿਹੜੇ ਧਰਮ ਦੇ ਦੋਖੀ ਨੇ, ਧਰਮ ਦੇ ਨਿੰਦਕ ਨੇ। ਕਈ ਲੋਕ ਤੂੰ ਦੇਖਿਆ ਹੋਣਾ, ਉਹ ਛੱਡੋ ਕੀ ਗੁਟਕਾ 'ਚ ਲਈ ਫਿਰਦਾ, ਲੱਗਾ ਰਾਮ ਰਾਮ ਕਰਨ, ਕੋਈ ਹੋਰ ਕੰਮ ਕਰ ਲੈ, ਹਟਾ ਦਿੰਦੇ ਅਗਲੇ ਨੂੰ। ਇਹ ਜਿਹਨ ਪਰਮਾਤਮਾ ਫਿਰ ਉੱਥੇ ਦੂਰੀ ਸਜ਼ਾ ਦਿੰਦਾ ਵੀ ਤੂੰ ਆਪ ਵੀ ਭਜਨ ਬੰਦਗੀ ਨਹੀਂ ਕੀਤੀ, ਦੂਜਿਆਂ ਨੂੰ ਵੀ ਹਟਾਇਆ। ਇੱਕ ਬੰਦਾ ਆਪ ਭਜਨ ਬੰਦਗੀ ਕਰਦਾ, ਉਹ ਦੂਜਿਆਂ ਨੂੰ ਪ੍ਰੇਰਦਾ, ਭਾਈ ਤੁਸੀਂ ਵੀ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਉਹਨੂੰ ਉੱਥੇ ਦੂਰਾ ਸਤਿਕਾਰ ਮਿਲਦਾ ਵੀ ਤੂੰ ਆਪ ਵੀ ਜਪਿਆ ਅਤੇ ਦੂਜਿਆਂ ਨੂੰ ਵੀ ਜਪਣ ਨੂੰ ਕਿਹਾ। ਇੱਕ ਹੈ ਆਪ ਵੀ ਨਾਮ ਨਹੀਂ ਜਪਦਾ, ਦੂਜਿਆਂ ਨੂੰ ਜਪਣ ਤੋਂ ਹਟਾਉਂਦਾ ਹੈ, ਉਹਨੂੰ ਫਿਰ ਦੂਰੀ ਸਜ਼ਾ ਮਿਲਦੀ ਹੈ। ਹਰੀਫੁਲ ਅਜ਼ੀਮੇ, ਅਜ਼ੀਮ ਹੁੰਦਾ ਬਹੁਤ ਵੱਡਾ। ਉਹ ਧਰਮ ਦੇ ਦੋਖੀਆਂ ਦਾ ਬਹੁਤ ਵੱਡਾ ਵੈਰੀ ਹੈ। ਉਹ ਦੁਸ਼ਮਣ ਹੈ ਧਰਮ ਦੇ ਦੋਖੀਆਂ ਦਾ ਵੀ ਤੁਹਾਨੂੰ ਭੇਜਿਆ ਨਾਮ ਜਪਣ ਲਈ, ਤੁਸੀਂ ਆਪ ਜਪਦੇ ਨਹੀਂ, ਦੂਜਿਆਂ ਨੂੰ ਹਟਾਉਂਦੇ ਹੋ। ਹਰੀਫੁਲ ਅਜ਼ੀਮੇ, ਅਜ਼ੀਮ ਵੱਡੇ ਨੂੰ ਕਹਿੰਦੇ ਨੇ। ਧਰਮ ਦੇ ਦੋਖੀਆਂ ਤੋਂ ਬਹੁਤ ਵੱਡਾ ਵੈਰੀ ਹੈ। ਰਜ਼ਾਇਕ ਯਕੀਨੇ, ਰਜ਼ਾਇਕ ਹੁੰਦਾ ਰਿਜ਼ਕ ਦੇਣ ਵਾਲਾ। ਰਜ਼ਾਇਕ ਹੁੰਦਾ ਜਿਹੜਾ ਸਾਨੂੰ ਖਾਣ ਪੀਣ ਨੂੰ ਦੇਵੇ, ਰਿਜ਼ਕ ਦੇ। ਯਕੀਨੇ, ਯਕੀਨਨ ਹੀ ਹਰ ਹਾਲਤ ਵਿੱਚ, ਤੂੰ ਹਰ ਹਾਲਤ ਵਿੱਚ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ। ਕਹਿੰਦੇ ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰੇ। ਪਰਮਾਤਮਾ ਹਰ ਇੱਕ ਜੀਵ ਨੂੰ ਰਿਜ਼ਕ ਪਹੁੰਚਾਉਂਦਾ ਹੈ। ਕਹਿੰਦੇ ਤੂੰ ਕਿਉਂ ਚਿੰਤਾ ਕਰਦਾ, ਤੈਨੂੰ ਵੀ ਪਹੁੰਚਾ ਦੇਵੇਗਾ। ਅਸੀਂ ਉਹਦੀ ਭਜਨ ਬੰਦਗੀ ਨਹੀਂ ਕਰਦੇ, ਉਂਝ ਚਿੰਤਾ ਕਰਦੇ ਰਹਿੰਦੇ। ਉਹ ਕਹਿੰਦੇ ਤੁਸੀਂ ਭਜਨ ਬੰਦਗੀ ਕਰੋ, ਪਰਮਾਤਮਾ ਆਪੇ ਤੈਨੂੰ ਖਾਣ ਨੂੰ ਦੇਵੇਗਾ। ਇਹੀ ਗੱਲ ਬੰਦੇ ਨੂੰ ਸਮਝ ਨਹੀਂ ਆ ਰਹੀ। ਸਦੀਆਂ ਤੋਂ ਗੁਰੂ ਪੀਰ ਪੈਗੰਬਰ ਇਹੀ ਕਹਿੰਦੇ ਆ ਰਹੇ ਨੇ, ਤੁਸੀਂ ਪਰਮਾਤਮਾ ਦਾ ਨਾਮ ਜਪੋ, ਤੁਸੀਂ ਪਰਮਾਤਮਾ ਦੇ ਬੱਚੇ ਹੋ, ਖਾਣ ਪੀਣ ਨੂੰ ਦੇਣਾ ਪਰਮਾਤਮਾ ਦਾ ਕੰਮ ਹੈ। ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪੋਗੇ ਤਾਂ ਕਹਿੰਦੇ ਫਿਰ ਦਫਾ ਹੋ, ਆਪਣਾ ਕਮਾ ਕੇ ਖਾ ਲਓ। ਇਹ ਨਹੀਂ ਉਹ ਕਹਿੰਦਾ ਤੁਸੀਂ ਭੁੱਖੇ ਮਰੋ, ਐ ਨਹੀਂ ਉਹ ਕਹਿੰਦਾ ਵੀ ਹਾਂ ਤੁਸੀਂ ਮੇਰਾ ਨਾਮ ਨਹੀਂ ਜਪਦੇ ਤੁਸੀਂ ਭੁੱਖੇ ਮਰੋ, ਐ ਨਹੀਂ ਕਹਿੰਦਾ। ਉਹ ਕਹਿੰਦਾ ਜਦੋਂ ਤੁਸੀਂ ਮੇਰਾ ਨਾਮ ਜਪੋਗੇ ਮੈਂ ਤੁਹਾਨੂੰ ਖਾਣ ਪੀਣ ਨੂੰ ਦੇਵਾਂਗਾ, ਨਹੀਂ ਜਪੋਗੇ ਆਪਣਾ ਕਮਾ ਕੇ ਖਾ ਲਓ। ਅਸੀਂ ਜਪਦੇ ਨਹੀਂ, ਇਸ ਲਈ ਸਾਨੂੰ ਕਮਾ ਕੇ ਖਾਣਾ ਪੈਂਦਾ। ਭਾਵੇਂ ਨਾਮ ਜਪੀਏ ਵੀ ਫਿਰ ਵੀ ਸਾਨੂੰ ਗੁਰੂ ਨਾਨਕ ਦੇ ਹੁਕਮ ਹੈ ਕਮਾ ਕੇ ਖਾਣਾ, ਕਮਾ ਕੇ ਖਾਣਾ, ਦਸਾਂ ਉਹਦੀ ਕਿਰਤ ਕਰਨੀ ਸਾਨੂੰ ਹੁਕਮ ਹੈ ਗੁਰੂ ਨਾਨਕ ਦੇਵ ਜੀ। ਪਹਿਲਾਂ ਉਹਨੇ ਕਿਹਾ ਕਿਰਤ ਕਰੋ,
ਫਿਰ ਕਿਆ ਨਾਮ ਜਪੋ, ਕਿਉਂਕਿ ਨਾਮ ਵੀ ਤਾਂ ਹੀ ਜਪਿਆ ਜਾ ਸਕਦਾ ਜੇ ਖਾਣ ਨੂੰ ਰੋਟੀ ਮਿਲੇ। ਕਿਰਤ ਕਰਾਂਗੇ, ਕੋਲ ਪੈਸਾ ਹੋਵੇਗਾ, ਪੈਸਾ ਹੋਵੇਗਾ ਤਾਂ ਹੀ ਰੋਟੀ ਪਾਣੀ ਖਰੀਦਿਆ ਜਾ ਸਕਦਾ ਨਾ। ਇਸ ਲਈ ਕਿ ਕਿਰਤ ਕਰੋ, ਪਹਿਲਾਂ ਕੰਮ ਕਰੋ, ਕਮਾਈ ਕਰੋ, ਤੁਹਾਡੇ ਕੋਲ ਮਾਇਆ ਹੋਵੇਗੀ, ਉਹਦੇ ਨਾਲ ਤੁਹਾਡੇ ਸੰਸਾਰਕ ਕੰਮ ਹੋਣਗੇ। ਫਿਰ ਤੁਸੀਂ ਨਾਮ ਜਪੋ। ਨਾਮ ਦਾ ਸੰਬੰਧ ਅੰਦਰ ਨਾਲ ਹੈ, ਮਾਇਆ ਦਾ ਸੰਬੰਧ ਬਾਹਰ ਨਾਲ ਹੈ। ਮਾਇਆ ਸਾਨੂੰ ਸਰੀਰਕ ਸੁੱਖ ਦਿੰਦੀ ਹੈ, ਮਾਨਸਿਕ ਸੁੱਖ ਨਹੀਂ ਦਿੰਦੀ। ਚੰਗੀ ਤਰ੍ਹਾਂ ਧਿਆਨ ਰੱਖਣ ਵਾਲੀ ਗੱਲ ਹੈ। ਮਾਇਆ ਸਾਨੂੰ ਸਰੀਰਕ ਸੁੱਖ ਦਿੰਦੀ ਹੈ। ਤੁਸੀਂ ਏਅਰ ਕੰਡੀਸ਼ਨ ਕਮਰੇ 'ਚ ਬੈਠੇ ਹੋਏ ਹੋ, ਏਅਰ ਕੰਡੀਸ਼ਨ ਤੁਹਾਡੇ ਕੋਲ ਕਾਰਾਂ ਨੇ, ਏਅਰ ਕੰਡੀਸ਼ਨ ਦਫ਼ਤਰਾਂ 'ਚ ਤੁਸੀਂ ਬੈਠੇ ਹੁੰਦੇ ਹੋ, ਇਹ ਸਭ ਮਾਇਆ ਨਾਲ ਹੀ ਨੇ ਨਾ। ਵਧੀਆ ਤੁਸੀਂ ਕੱਪੜੇ ਪਾਏ ਹੋਏ ਨੇ, ਮਾਇਆ ਨਾਲ ਹੀ ਨਾ। ਮਾਇਆ ਨਾਲ ਸਰੀਰਕ ਸੁੱਖ ਮਿਲਦੇ ਨੇ, ਪਰ ਮਾਨਸਿਕ ਨਹੀਂ ਮਿਲਦੇ। ਨਾਮ ਜਪਣ ਨਾਲ ਬਾਣਨਾ ਮਾਨਸਿਕ ਸੁੱਖ ਮਿਲਦੇ ਨੇ। ਇਸ ਲਈ ਜਿਹੜਾ ਬੰਦਾ ਕਿਰਤ ਕਰਦਾ ਅਤੇ ਨਾਮ ਜਪਦਾ, ਉਹ ਬਾਹਰੋਂ ਵੀ ਸੁਖੀ, ਉਹ ਅੰਦਰੋਂ ਵੀ ਸੁਖੀ। ਅਸੀਂ ਪੂਰੇ ਸੁਖੀ ਤਾਂ ਹੀ ਹੋਵਾਂਗੇ ਜੇ ਅਸੀਂ ਅੰਦਰੋਂ ਅਤੇ ਬਾਹਰੋਂ ਸੁਖੀ ਹਾਂ। ਪੂਰੇ ਪਵਿੱਤਰ ਤਾਂ ਹੀ ਹੋਵੇਂ ਜੇ ਅੰਦਰੋਂ ਅਤੇ ਬਾਹਰੋਂ ਪਵਿੱਤਰ ਹਾਂ। ਅੰਦਰੋਂ ਵੀ ਪਵਿੱਤਰ, ਬਾਹਰੋਂ ਤਾਂ ਹੀ ਪੂਰੇ ਪਵਿੱਤਰ ਹੋਵਾਂਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਉਹ ਰਿਜ਼ਕ ਤਾਂ ਦਿੰਦਾ ਹੈ, ਯਕੀਨਨ ਦਿੰਦਾ ਹੈ, ਪਰ ਅਸੀਂ ਹੋ ਗਏ ਆਕੀ, ਅਸੀਂ ਹੋ ਗਏ ਪਰਮਾਤਮਾ ਤੋਂ ਭਾਗੀ। ਅਸੀਂ ਤਾਂ ਉਹਨੇ ਕਿਹਾ ਤੂੰ ਤਾਂ ਹੈ ਹੀ ਨਹੀਂ। ਬੇਅੰਤ ਲੋਕ ਨੇ ਜਿਹੜੇ ਕਹਿੰਦੇ ਪਰਮਾਤਮਾ ਕੋਈ ਨਹੀਂ ਹੈਗਾ। ਉਹ ਕਹਿ ਚੰਗਾ ਪਈ ਆਪਣਾ ਕਮਾਈ ਜੋ ਖਾਈ ਜੋ, ਜਦ ਮੈਂ ਨਹੀਂ ਸੀ ਨਾ ਸਹੀ। ਜਿਹੜਾ ਮੈਨੂੰ ਪੂਜੇਗਾ, ਜਿਹੜਾ ਮੇਰਾ ਨਾਮ ਜਪੇਗਾ, ਉਹਨੂੰ ਮੈਂ ਸਭ ਕੁਝ ਖਾਣ ਪੀਣ ਨੂੰ ਦੇਵਾਂਗਾ, ਨਹੀਂ ਤਾਂ ਆਪਣਾ ਕਮਾ ਕੇ ਖਾ ਲਓ। ਹੁਣ ਇੱਥੇ ਅਗਲਾ ਪੜ੍ਹਦੇ ਰਜ਼ਾਇਕ ਯਕੀਨ ਹੈ ਵੀ ਪਰਮਾਤਮਾ ਹਰ ਹਾਲਤ ਵਿੱਚ ਰਿਜ਼ਕ ਦਿੰਦਾ ਹੈ। ਨਾਲ ਕਹਿੰਦੇ ਹੋਰ ਕੋਈ ਦਿੰਦਾ ਹੈ। 18 ਕਰੋੜ ਭਾਰਤ ਦੇ ਲੋਕ ਰਾਤ ਨੂੰ ਭੁੱਖੇ ਸੌਂਦੇ ਨੇ। ਪਰਮਾਤਮਾ ਜੀ ਸਭ ਨੂੰ, ਇਹਨਾਂ ਨੂੰ ਕਿਉਂ ਨਹੀਂ ਦਿੰਦਾ? ਇਹਨਾਂ ਨੂੰ ਕਿਉਂ ਨਹੀਂ ਦਿੰਦਾ? ਇਹ ਬਿਲਕੁਲ ਠੀਕ ਹੈ। 18 ਕਰੋੜ ਲੋਕ ਹਿੰਦੁਸਤਾਨ ਦੇ ਨੇ, ਜੇ ਰਾਤ ਨੂੰ ਭੁੱਖੇ ਸੌਂਦੇ, 2 ਟਾਈਮ ਖਾਣ ਨੂੰ ਰੋਟੀ ਨਹੀਂ ਮਿਲਦੀ। 68 ਕਰੋੜ ਸੰਸਾਰ ਦੇ ਐਸੇ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਖਾਣ ਦੀ ਰੋਟੀ ਨਹੀਂ ਮਿਲਦੀ। ਬਾਣੀ ਕਹਿੰਦੀ ਪਰਮਾਤਮਾ ਸਭ ਨੂੰ ਦਿੰਦਾ ਹੈ। ਫਿਰ ਜਿੱਥੇ ਕੋਈ ਉੱਥੇ ਪਹੁੰਚਾਉਂਦਾ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਪਉ ਕਰੇ। ਹਰ ਇੱਕ ਦੇ ਕੋਲ ਰਿਜ਼ਕ ਭੇਜਦਾ ਹੈ। ਉਹ ਉਹਨਾਂ ਕੋਲੇ ਭੇਜਦਾ ਜਿਹੜੇ ਉਹਦੇ 'ਤੇ ਨਿਰਭਰ ਹਨ। ਜਿਹੜੇ ਪਰਮਾਤਮਾ 'ਤੇ ਨਿਰਭਰ ਨੇ ਨਾ, ਪਰਮਾਤਮਾ ਉਹਨਾਂ ਦਾ ਖਿਆਲ ਰੱਖਦਾ। ਜਿਵੇਂ ਛੋਟਾ ਬੱਚਾ ਹੁੰਦਾ, ਮਾਂ ਪਿਓ 'ਤੇ ਨਿਰਭਰ ਹੁੰਦਾ, ਸਾਰਾ ਧਿਆਨ ਮਾਂ ਪਿਓ ਰੱਖਦੇ ਨੇ ਵੀ ਆਪ ਅਜੇ ਕੁਛ ਕਰਨ ਜੋਗਾ ਨਹੀਂ। ਅਜੇ ਛੋਟਾ ਬੱਚਾ ਹੈ, ਆਪ ਕੁਝ ਕਰਨ ਜੋਗਾ ਨਹੀਂ, ਉਹ ਮਾਂ ਪਿਓ 'ਤੇ ਨਿਰਭਰ ਹੈ। ਇਸ ਲਈ ਉਹਦੀ ਸਾਰੀ ਚਿੰਤਾ ਮਾਂ ਪਿਓ ਨੂੰ ਹੁੰਦੀ ਹੈ। ਇਸ ਤਰ੍ਹਾਂ ਜਦੋਂ ਅਸੀਂ ਵੀ ਪਰਮਾਤਮਾ 'ਤੇ ਨਿਰਭਰ ਹੋ ਜਾਵਾਂਗੇ, ਪਰਮਾਤਮਾ ਨੂੰ ਵੀ ਸਾਡੀ ਚਿੰਤਾ ਹੋ ਜਾਏਗੀ। ਇਸ ਲਈ ਸਿੱਖ ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਕੰਮ ਧੰਦਾ ਛੱਡ ਕੇ ਬੈਠ ਜਾਓ। ਨਹੀਂ, ਅਸੀਂ ਪਰਮਾਤਮਾ 'ਤੇ ਨਿਰਭਰ ਹੋਣਾ, ਪਰ ਉਹਦਾ ਨਾਮ ਜਪ ਜਪ ਕੇ ਹੋਣਾ। ਬਾਣੀ ਪੜ੍ਹੋ, ਨਾਮ ਜਪੋ, ਕਿਰਤ ਕਰੋ, ਫਿਰ ਆਪੇ ਪਰਮਾਤਮਾ ਤੁਹਾਡੀ ਹਰ ਪ੍ਰਕਾਰ ਦੀ ਸਹਾਇਤਾ ਕਰੇਗਾ। ਕਿਰਤ ਕਮਾਈਆਂ 'ਚ ਵਾਧਾ ਕਰੇਗਾ। ਕਈ ਵਾਰੀ ਜਿਹੜਾ ਅਰਦਾਸੀ ਆਉਂਦਾ, ਅਰਦਾਸ ਕਹਿੰਦੇ ਇਹ ਸੱਚੇ ਪਾਤਸ਼ਾਹ ਫਲਾਣੇ ਦੀ ਕਿਰਤ ਕਮਾਈ 'ਚ ਵਾਧਾ ਕਰੋ। ਉਹ ਨਿਰਾ ਕਹਿ ਸਕਦੇ ਕਮਾਈ 'ਚ ਵਾਧਾ ਕਰੋ, ਪਰ ਉਹ ਨਾ ਅਰਦਾਸ ਕਰਨ ਪਤਾ ਵੀ ਲੋਕਾਂ ਦੀ ਹਰਾਮ ਦੀ ਕਮਾਈ ਹੈ, ਇਸ ਲਈ ਨਹੀਂ ਕਹਿੰਦਾ। ਉਹਨੂੰ ਪਤਾ ਜੇ ਮੈਂ ਕਹਿੰਦਾ ਕਮਾਈ 'ਚ ਵਾਧਾ ਕਰੋ, ਇਹਨਾਂ ਤਾਂ ਬਹੁਤ ਸਾਰੇ ਲੋਕਾਂ ਨੂੰ ਹਰਾਮ ਦੀ ਕਮਾਈ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਅੱਛਾ ਇਹਦੀ ਹਰਾਮ ਦੀ ਕਮਾਈ ਦੇ ਵਾਧੇ ਲਈ ਤੂੰ ਅਰਦਾਸ ਕਰਾਂ। ਇਸ ਲਈ ਵਿਚਾਰੇ ਨੂੰ ਕਹਿਣਾ ਪੈਂਦਾ ਕਿਰਤ ਕਮਾਈ 'ਚ ਵਾਧਾ ਕਰੋ, ਵੀ ਦਸਾਂ ਨੂੰ ਦੀ ਜਿਹੜੀ ਕਿਰਤ ਹੈ ਉਸ ਦੇ ਵਿੱਚ ਵਾਧਾ ਕਰੋ। ਉਹੀ ਤਾਂ ਪਰਮਾਤਮਾ ਖਾਣ ਪੀਣ ਨੂੰ ਸਭ ਨੂੰ ਦਿੰਦਾ ਹੈ, ਹਰ ਹਾਲਤ 'ਚ ਦਿੰਦਾ ਹੈ। ਪਰ ਕਈਆਂ ਨੂੰ ਇਸ ਲਈ ਨਹੀਂ ਮਿਲਦਾ। ਇਸ ਬਾਰੇ ਬਤਾਓ, ਦੱਸਿਆ ਤੁਹਾਨੂੰ ਵੀ ਕਿਉਂ ਨਹੀਂ ਮਿਲਦਾ ਉਹਨਾਂ ਨੂੰ।
अनेकुल तरंग हैं, अभेद हैं, अभंग हैं, अजीजुल निवाज हैं, गनीमुल खिराज हैं। उत्ते जिहड़ा 123वां आया सी उस दे विच कुछ औखे शब्द ने, फिर एक बार सुन लो, क्योंकि मेरे नोटिस आया बहुत सारे गुरु प्यारे कापी कोल रख के ना औखे शब्दों के अर्थ लिखते हैं, क्यों मूँह जबानी गल भुल भुला जाती है। ये जिहड़े ने ना हुण असी फारसी पढ़ते हैं, ना हुण असी संस्कृत पढ़ते हैं, ना सानू ब्रज भाषा का पता है, और हिंदी बोल तो लैने असी भईयां दे नाल, पर लिखनी लुखनी या चज ना सानू हिंदी अजे नहीं आउंदी हैगी। इस करके कई गुरु प्यारे लिखते हैं, तां मैं दोबारा दसन लगा। तमीज़ुल तमामे, तमीज़ुल हुंदे चंगे मंदे दी पहचान, चंगे मंदे दी जिन्हों पहचान है कि इनू तमीज़ है जी, तमीज़ुल है। तमाम सारे नू कहंदे ने, तमामे सारा, जिन्हों सारियां दी सारे चंगे मंदियां दी जिन्हों पहचान है उन्होंने कहते तमीज़ुल तमामे। रजूअल हुंदा ध्यान, निधान हुंदा खजाना, तू ध्यान दा खजाना है। हरीफुल वैरी नू कहंदे ने, दुश्मन नू कहंदे ने। परमात्मा उन्हां दा दुश्मन है जिहड़े धर्म दे दोखी ने, धर्म के दोखियां का दुश्मन है। अजीमे बहुत वड्डा, परमात्मा धर्म के दोखियां का बहुत वड्डा वैरी है। रज़ाइक यकीने, रज़ाइक ने रिज़क देन वाला, यकीने यकीनन ही, हर हालत विच परमात्मा हर हालत विच रिज़क देन वाला है। अगे अनेकुल तरंग हैं, अभेद हैं, अभंग हैं, अजीजुल निवाज हैं, गनीमुल खिराज हैं। ये ख्याल रखना, ये बिंदियां की हेठां लाणियां ने। अनेकुल तरंग, अनेक आपां कहने अनेकां, अनेकुल बे अनेकां तरंग, तू अनेकां तरंगां वाला है, तू बेअंत तरंगां वाला है। अभेद हैं, तेरा किसी नूं भेद नहीं, भाव तू भेद तो रहत है, कोई तेरा भेद नहीं पा सकता। कई लोग बहुत घट बोलते हैं, कई तो बड़बोले होंदे ने, पता लगता उन्हें पता लगता है जिवें बंदा शराब पी के सच बोलता है। शराबी बंदे झूठ घट बोलते मैं देखे, कितने साल मेरा इन्होंने लोगों नाल वाह रहा है। मैं देखे ये जिहड़े वैश्णु ने तो बहुत, ये तो दसदे नहीं, अपने भेद नहीं दिंदे किसी नूं। शराबी सब कुछ दसी जाता है, शराबी झूठ घट बोलता है। हाँ भावें जबलियाँ ज़्यादा मारदा, गल वक्री है, पर वो ना झूठ घट बोलता, वो सच ज़्यादा बोलता है। इसलिए परमात्मा जिहड़ा है वो अभेद है, उसका कोई भेद नहीं पा सकता। अभंग है, उन्होंने कोई नाश नहीं कर, भंग होंदा तोड़ना, भाव उन्होंने नाश नहीं कर सकता, वो अविनाशी है, वो भेद है। परमात्मा ने सीधी गल हो रही तां है कि है अनेकुल तरंग हैं, तू अनेकां तरंगां वाला हैं। अभेद हैं, तू भेद तो रहत हैं। अभंग हैं, तू अविनाशी हैं। अजीजुल निवाज हैं, अजीज़ प्यारे नूं कहंदे ने। जदों असीं मैं JBT करदा सी ते साडा एक टीचर सी, वो उर्दू जाणदा ने, वो कहंदा प्यारे अजीज़ो। कहना भाई अजीज़ पता नहीं की होंदा, जिवें आपां प्यारे विद्यार्थी हो, वो प्यारे नूं फारसी अजीज़ कहंदे ने। अजीजुल निवाज हैं, तू अपने प्यारिਆਂ ਨੂੰ ਨਿਵਾਜਣ वाला है, आदर मान देने वाला है। परमात्मा ਉਹਦੇ प्यारे कौन ने, ਜਿਹੜੇ ਦੀ ਭਜਨ ਬੰਦਗੀ ਕਰਦੇ ਨੇ। असंत महात्मा उन्होंने प्यारे ने परमात्मा दे।
ਆਦਰ ਮਾਣ ਕਰਾਉਂਦਾ ਨਾ ਫਿਰ ਉਹ ਆਪਣੇ ਪਿਆਰਿਆਂ ਦਾ। ਉਹ ਕਹਿੰਦਾ ਤੁਸੀਂ ਮੇਰਾ ਨਾਮ ਜਪੋ, ਮੈਂ ਲੋਕਾਂ ਦਾ ਤੁਹਾਡਾ ਨਾਮ ਜਪਵਾ ਦਾਂਗਾ। ਬਸ ਆਹੀ ਆਦਰ ਮਾਣ ਹੁੰਦਾ ਜਿਹਨੂੰ ਲੋਕ ਯਾਦ ਕਰਨ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਨਾਮ ਜਪੋ, ਤੁਹਾਡਾ ਨਾਮ ਮੈਂ ਲੋਕਾਂ ਤੋਂ ਜਪਵਾ ਦਾਂਗਾ। ਜਪਣ ਦਾ ਕੀ ਮਤਲਬ? ਯਾਦ ਕਰਨਾ, ਵਾਹਿਗੁਰੂ 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 ਯਾਦ ਕਰਨਾ। ਆਪਾਂ ਕਿਸੇ ਨੂੰ ਯਾਦ ਕਰਦੇ ਰਹੀ ਤਾਂ ਫਿਰ ਉਹਦੀ ਵਡਿਆਈ ਹੋਈ ਹੈ ਨਾ। ਪਰਮਾਤਮਾ ਕਹਿੰਦਾ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦਾਂਗਾ। ਹੈ ਨਾ ਵਧੀਆ ਗੱਲ। ਪਰਮਾਤਮਾ ਸਵਾਰਥੀ ਨਹੀਂ ਹੈਗਾ ਵੀ ਬਸ ਮੇਰੀ ਵਡਿਆਈ ਕਰੀ ਚੱਲੋ ਜੀ। ਹਾਲਾਂਕਿ ਤੇਰੀ ਵਡਿਆਈ ਕਰਕੇ ਸਾਨੂੰ ਕੀ ਮਿਲੇਗਾ? ਹਰ ਬੰਦਾ ਉਹਦੇ ਬਦਲੇ ਕੁਛ ਚਾਹੁੰਦਾ ਹੈ। ਬਈ ਜੇ ਅਸੀਂ ਦਿਨ ਰਾਤ ਤੇਰੀ ਵਡਿਆਈ ਕਰੀ ਜਾਵਾਂਗੇ ਸਾਨੂੰ ਕੀ ਮਿਲੇਗਾ? ਉਹ ਕਹਿੰਦਾ ਮੈਂ ਤੁਹਾਡੇ ਝੋਲੀਆਂ ਭਰ ਦਾਂਗਾ। ਹੋਰ ਦੱਸੋ ਗੱਲ ਕਰ, ਮੈਂ ਤੁਹਾਡੇ ਝੋਲੀਆਂ ਭਰ ਦਾਂਗਾ। ਅਸੀਂ ਨਾਮ ਨਹੀਂ ਜਪਦੇ, ਉਂਝ ਝੋਲੀ ਜੀ ਅੱਡ ਕੇ ਗੁਰਦੁਆਰੇ ਖੜ੍ਹੇ ਰਹੇ ਨੇ ਕਿੰਨੀ ਦੇਰ ਵੀ ਮੇਰੀ ਝੋਲੀ ਭਰ ਦੇ। ਉਹ ਗੁਰੂ ਮਹਾਰਾਜ ਕਹਿੰਦੇ ਸਿੱਖਾ ਤੂੰ ਮੇਰੇ ਲਈ ਕੀ ਕੀਤਾ? ਕੋਈ ਮੇਰੀ ਬਾਣੀ ਪੜ੍ਹੀ ਹੈ? ਤੂੰ ਕੋਈ ਗੁਰਦੁਆਰੇ ਕੇ ਸੇਵਾ ਕੀਤੀ ਹੈ? ਤੂੰ ਕੋਈ ਗੁਰਦੁਆਰੇ ਨੂੰ ਕੋਈ ਮਾਇਆ ਦਿੱਤੀ ਹੈ? ਕੋਈ ਦਸਵੰਧ, ਕੋਈ 2-4 ਰੁਪਏ ਗੁਰਦੁਆਰੇ ਦਿੱਤੇ ਨੇ? ਗੁਰੂ ਦੇ ਨਿਮਿਤ ਕੋਈ ਦਿੱਤਾ? ਤੂੰ ਕੋਈ ਇੱਥੇ ਆ ਕੇ ਕਦੇ ਸੇਵਾ ਕੀਤੀ ਹੈ? ਤੂੰ ਕੋਈ ਬਾਣੀ ਪੜ੍ਹੀ ਹੈ? ਨਾਮ ਜਪੇ? ਕਰਦਾ ਤੂੰ ਕੁਛ ਹੈ ਨਹੀਂ, ਕਰਦਾ ਦੁਕਾਨਦਾਰੀਆਂ, ਉਹ ਵੀ ਠੱਗੀਆਂ ਕਰਦਾ ਕਈ ਵਾਰੀ। ਅਤੇ ਇੱਥੇ ਝੋਲੀ ਅੱਡ ਕੇ ਖੜਾ, ਮੇਰੀ ਝੋਲੀ ਭਰ ਦੋ। ਦੇਖੋ ਬਦਲੇ 'ਚ ਹੀ ਕੁਛ ਮਿਲਿਆ ਕਰਦਾ। ਮੰਨ ਲਓ ਤੁਸੀਂ ਕੰਮ ਨਹੀਂ ਕਰਦੇ ਅਤੇ ਤੁਹਾਨੂੰ ਕੌਣ ਮਾਇਆ ਦੇਵੇਗਾ? ਵੀ ਤੁਸੀਂ ਨੌਕਰੀ ਕਰਦੇ ਹੋ, ਤੁਸੀਂ ਕੰਮ ਕਰਦੇ ਹੋ, ਤੁਹਾਡੇ ਜੇ ਕੋਈ ਦਿਹਾੜੀ ਕਰਦਾ ਹੈ ਫਿਰ ਹੀ ਪੈਸਾ ਮਿਲਦਾ ਨਾ, ਫਿਰ ਹੀ ਪੈਸਾ ਮਿਲਦਾ। ਅਸੀਂ ਗੁਰੂ ਲਈ ਕੁਛ ਕਰਾਂਗੇ ਫਿਰ ਹੀ ਗੁਰੂ ਮਹਾਰਾਜ ਸਾਨੂੰ ਕੁਛ ਦੇਣਗੇ ਨਾ। ਜੇ ਅਸੀਂ ਗੁਰੂ ਲਈ ਕੁਛ ਕਰਦੇ ਹੀ ਨਹੀਂ ਹੈਗੇ ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਉਹੀ ਮਿਲਦਾ ਜੋ ਤੁਸੀਂ ਕਿਸੇ ਨੂੰ ਦਿੱਤਾ। ਜੋ ਤੁਸੀਂ ਕਿਸੇ ਨੂੰ ਦਿੱਤਾ ਨਾ ਉਹੀ ਤੁਹਾਨੂੰ ਮਿਲਦਾ। ਜੇ ਤੁਸੀਂ ਲੋਕਾਂ ਨੂੰ ਦੁੱਖ ਦਿੱਤਾ ਤੁਹਾਨੂੰ ਦੁੱਖ ਮਿਲੇਗਾ, ਸੁੱਖ ਦਿੱਤਾ ਤੁਹਾਨੂੰ ਸੁੱਖ ਮਿਲੇਗਾ। ਤੁਸੀਂ ਪੁੰਨ ਦਾਨ ਕੀਤਾ ਤੁਹਾਨੂੰ ਮਾਇਆ ਮਿਲੇਗੀ। ਤੁਸੀਂ ਸੇਵਾ ਕੀਤੀ ਹੈ ਤੁਹਾਡੀ ਸੇਵਾ ਹੋਵੇਗੀ। ਜੋ ਤੁਸੀਂ ਕਿਸੇ ਲਈ ਕੀਤਾ ਉਹੀ ਤੁਹਾਨੂੰ ਮਿਲਣਾ ਹੈ। ਲੋਕ ਦੁਨੀਆ ਨੂੰ ਦੁੱਖ ਦਿੰਦੇ ਨੇ ਅਤੇ ਉਹਦੇ ਬਦਲੇ ਸੁੱਖ ਭਾਲਦੇ ਨੇ, ਲੁੱਟਦੇ ਨੇ, ਕੁੱਟਦੇ ਨੇ, ਚੋਰੀਆਂ ਕਰਦੇ ਆ, ਠੱਗੀਆਂ ਕਰਦੇ ਆ, ਮਿਲਾਵਟਾਂ ਕਰਦੇ ਆ, ਧੋਖਾਧੜੀਆਂ ਕਰਦੇ ਨੇ। ਕੋਈ ਕਿਸੇ ਦੀ ਜ਼ਮੀਨ ਦੱਬ ਰਿਹਾ, ਕੋਈ ਪਲਾਟ ਦੱਬ ਰਿਹਾ, ਕੋਈ ਮਕਾਨ ਦੱਬ ਰਿਹਾ ਹੈ ਅਤੇ ਭਾਲਦੇ ਨੇ ਸੁੱਖ। ਇਸ ਤਰ੍ਹਾਂ ਸੁੱਖ ਨਹੀਂ ਮਿਲਿਆ ਕਰਦੇ। ਸੁੱਖ ਦਿਓ ਫਿਰ ਸੁੱਖ ਮਿਲੇਗਾ। ਦੂਜੇ ਦੀ ਸਹਾਇਤਾ ਕਰੋ ਫਿਰ ਤੁਹਾਡੀ ਸਹਾਇਤਾ ਹੋਵੇਗੀ। ਸੋ ਗੁਰੂ ਮਹਾਰਾਜ ਕਹਿੰਦੇ ਨੇ ਅਜ਼ੀਜ਼ੁਲ ਨਿਵਾਜ ਹੈ। ਪਰਮਾਤਮਾ ਆਪਣੇ ਪਿਆਰਿਆਂ ਨੂੰ ਨਿਵਾਜਣ ਵਾਲਾ ਹੈ, ਉਹਨਾਂ ਦਾ ਆਦਰ ਮਾਣ ਕਰਦਾ, ਪਿਆਰ ਕਰਦਾ ਨਾ। ਗਨੀਮੁਲ ਖਿਰਾਜ ਹੈ। ਗਨੀਮੁਲ ਹੁੰਦਾ ਦੁਸ਼ਮਣ, ਖਿਰਾਜ ਹੁੰਦਾ ਟੈਕਸ ਲੈਣਾ। ਤੂੰ ਦੁਸ਼ਮਣਾਂ ਤੋਂ ਟੈਕਸ ਵਸੂਲ ਕਰਦਾ। ਤੂੰ ਦੁਸ਼ਮਣ ਨੂੰ ਦੰਡ ਦਿੰਦਾ, ਸਜ਼ਾ ਦਿੰਦਾ। ਤੁਸੀਂ ਕਹੋਗੇ ਕਿਵੇਂ? ਉਹ ਤੁਹਾਡੇ ਘਰ ਚੋਰੀ ਕਰਵਾ ਦੇਗਾ। ਗਿਆ ਨਾ। ਅੱਜ ਇੱਕ ਵਿਚਾਰੀ ਬੀਬੀ ਪੁੱਛ ਰਹੀ ਸੀ ਜੀ ਮੇਰੇ ਵੀ ਅਤੇ ਮੇਰੀ ਨੂੰਹ ਦੇ ਵੀ ਗਹਿਣੇ ਕੋਈ ਚੱਕ ਕੇ ਲੈ ਗਿਆ ਹੈ। ਮੈਂ ਬੀਬੀ ਜੀ ਬਾਹਰੋਂ ਕੋਈ ਨਹੀਂ ਆਇਆ, ਬਾਕੀ ਅੰਦਾਜ਼ਾ ਤੁਸੀਂ ਲਾ ਲਓ। ਬਾਹਰੋਂ ਤੁਹਾਡੇ ਗਹਿਣੇ ਕੋਈ ਨਹੀਂ ਚੱਕਣ ਆਇਆ, ਬਾਕੀ ਅੰਦਾਜ਼ਾ ਤੁਸੀਂ ਲਾ ਲਓ। ਸੋ ਇਸ ਲਈ ਇਹ ਹੈ ਟੈਕਸ। ਲੈ ਨਾ ਪਰਮਾਤਮਾ ਟੈਕਸ। ਐਕਸੀਡੈਂਟ ਕਰਾਤਾ ਨਾਲੇ ਹੋ ਜਾ ਲੰਗੜਾ ਲੂਲਾ, ਨਾਲੇ ਲੱਖਾਂ ਰੁਪਏ ਦੇ ਡਾਕਟਰ ਨੂੰ, ਇਹ ਵੀ ਟੈਕਸ ਹੈ। ਮੁਕੱਦਮਾ ਚੱਲ ਪਿਆ, ਦੇ ਪੁਲਿਸ ਵਾਲਿਆਂ ਨੂੰ ਪੈਸੇ, ਦੇ ਵਕੀਲ ਨੂੰ ਪੈਸੇ, ਹੈ ਨਾ ਟੈਕਸ। ਦਸਮ ਪਾਤਸ਼ਾਹ ਕਹਿੰਦੇ ਨੇ ਜਾਂ ਤਾਂ ਬਾਬੇ ਕਿਆਂ ਨੂੰ ਦੇ ਦਿਓ
ਨਹੀਂ ਤੇ ਬਾਬਰ ਕਿਆ ਨੇ ਲੈ ਜਾਣਾ। ਜਾਂ ਤਾਂ ਬਾਬੇ ਕਿਆ ਨੂੰ ਭਾਵ ਗੁਰੂ ਮਹਾਰਾਜ ਨੂੰ ਦੇ ਦਿਓ, ਤੇ ਨਹੀਂ ਤੇ ਫਿਰ ਬਾਬਰਾਂ ਨੇ ਲੈ ਜਾਣਾ। ਆ ਪੁਲਿਸ ਵਾਲੇ, ਇਹ ਵਕੀਲ, ਆ ਜਿਹੜੇ ਐਕਸੀਡੈਂਟ ਹੁੰਦੇ ਨੇ, ਇਹ ਆ ਡਾਕਟਰ ਬਿਮਾਰੀਆਂ ਜਿਹੜਾ ਇਲਾਜ ਕਰਦੇ, ਇਹ ਸਾਰੇ ਬਾਬਰ ਕੀ ਨੇ? ਇਹ ਬਾਬਰ ਕੀ ਨੇ? ਲੈਂਦੇ ਤਾਂ ਲੱਖਾਂ ਰੁਪਈਏ। ਨਾ ਦਿਓ, ਨਾ ਦਿਓ ਗੁਰੂ ਘਰ ਨੂੰ ਕੁਛ, ਆਹੀ ਕੁਛ ਹੋਊ। ਫਿਰ ਉਹਨੇ ਲਵਾ ਦੇਣੇ ਨੇ, ਕਿਉਂਕਿ ਦਸਮ ਪਾਤਸ਼ਾਹ ਕਹੇ ਜਾਂ ਤੇ ਬਾਬੇ ਕਿਆ ਨੂੰ ਦੇ ਦਿਓ, ਨਹੀਂ ਤੇ ਬਾਬਰ ਕਿਆ ਨੇ ਲੈ ਜਾਣਾ ਹੈ। ਬਸ ਆਹ ਬਾਬਰ ਕੀ ਨੇ ਸਾਰੇ। ਆਹ ਜਿਹੜਾ ਤੁਹਾਡਾ ਫਜ਼ੂਲ ਦੇ ਖਰਚੇ ਹੁੰਦੇ ਰਹਿੰਦੇ ਨੇ, ਇਹ ਸਮਝੋ ਬਾਬਰ ਕੀ ਨੇ। ਇਸ ਲਈ ਕਈ ਵਾਰ ਕਹੇ ਜੀ ਬਰਕਤ ਨਹੀਂ ਹੈ ਕਮਾਈ ਜੀ, ਮੈਂ ਕਦੇ ਕੋਈ ਪੁੰਨ ਦਾਨ ਕੀਤਾ, ਫਿਰ ਚੁੱਪ। ਜੇ ਕੋਈ ਪੁੰਨ ਦਾਨ ਕਰ ਦਿਓ ਫਿਰ ਚੁੱਪ। ਮੈਂ ਹੁਣ ਬਰਕਤ ਕਿੱਥੋਂ ਹੋਵੇਗੀ? ਬਰਕਤ ਕਿੱਥੋਂ ਭਾਲਦੇ ਹੋ ਤੁਸੀਂ? ਇਸ ਲਈ ਗੁਰੂ ਮਹਾਰਾਜ ਕਹਿੰਦੇ ਗਨੀਮੁਲ ਖਰਾਜ ਹੈ। ਤੂੰ ਆਪਣੇ ਦੁਸ਼ਮਣਾਂ ਤੋਂ ਟੈਕਸ ਵਸੂਲ ਕਰਦਾ, ਭਾਵ ਉਹਨਾਂ ਨੂੰ ਡੰਨ ਲਾਉਣਾ, ਉਹਨਾਂ ਨੂੰ ਸਜ਼ਾ ਦਿੰਦਾ ਹੈ। ਫਿਰ ਸੁਣ ਲਓ, ਅਨੇਕੁਲ ਤਰੰਗ, ਅਨੇਕਾਂ ਤਰੰਗਾਂ ਵਾਲਾ ਹੈ, ਅਭੇਦ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਅਭੰਗ ਹੈ, ਤੈਨੂੰ ਕੋਈ ਨਾਸ ਨਹੀਂ ਕਰ ਸਕਦਾ। ਅਜ਼ੀਜ਼ੁਲ ਨਿਵਾਜ ਹੈ, ਤੂੰ ਆਪਣੇ ਪਿਆਰਿਆਂ ਨੂੰ ਨਿਵਾਜਣ ਵਾਲਾ ਹੈ। ਗਨੀਮੁਲ ਖਰਾਜ ਹੈ, ਤੂੰ ਆਪਣੇ ਦੁਸ਼ਮਣ ਨੂੰ ਡੰਨ ਲਾਉਣਾ ਹੈ, ਸਜ਼ਾ ਦਿੰਦਾ ਹੈ। ਹੁਣ ਤਾਂ ਖਰਾਜ ਲੈਣਾ ਹੈ। ਅੱਗੇ ਕਹਿੰਦੇ ਨਿਰੁਕਤ ਸਰੂਪ ਹੈ। ਨਿਰੁਕਤ ਹੁੰਦਾ ਜਿਹਦਾ ਵਰਣਨ ਨਾ ਕੀਤਾ ਜਾ ਸਕੇ। ਤੇਰੇ ਸਰੂਪ ਦਾ ਕੋਈ ਵਰਣਨ ਨਹੀਂ ਕਰ ਸਕਦਾ। ਨਿਰੁਕਤ ਅਕਥ, ਜਿਹਦਾ ਕਥਨ ਹੀ ਨਾ ਕੀਤਾ ਜਾ ਸਕੇ। ਤੇਰੇ ਸਰੂਪ ਦਾ ਕੋਈ ਕਥਨ ਨਹੀਂ ਕਰ ਸਕਦਾ, ਤੂੰ ਅਕਥ ਹੈ। ਤੇਰੇ ਮੁਕਤ ਵਿਭੂਤ ਹੈ। ਤੇਰੇ ਨੂੰ ਕਹਿੰਦੇ ਨੇ ਮਾਇਆ ਦੇ ਤਿੰਨ ਗੁਣ ਨੇ। ਤੇਰੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ ਤੂੰ। ਤੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ, ਭਾਵ ਮਾਇਆ ਦੇ ਤਿੰਨੋਂ ਗੁਣ ਤੇਰੇ 'ਤੇ ਅਸਰ ਨਹੀਂ ਕਰਦੇ। ਕੋਈ ਵੀ ਬੰਦਾ ਜਦੋਂ ਬ੍ਰਹਮ ਗਿਆਨੀ ਹੋ ਜਾਂਦਾ, ਉਸ 'ਤੇ ਮਾਇਆ ਦਾ ਅਸਰ ਨਹੀਂ ਹੁੰਦਾ। ਉਸ 'ਤੇ ਮਾਇਆ ਦਾ ਅਸਰ ਨਹੀਂ ਹੁੰਦਾ ਹੈ। ਸਾਡੇ 'ਤੇ ਤਾਂ ਮਾਇਆ ਦਾ ਅਸਰ ਹੈ। ਪਰਮਾਤਮਾ ਜਿਹੜਾ ਤੇਰੇ ਮੁਕਤ ਹੈ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ। ਬੇਭੂਤ ਹੈ, ਤੂੰ ਤਾਂ ਅਮੀਰ ਹੈ। ਪਰਮਾਤਮਾ ਅਮੀਰ ਹੈ। ਜੋ ਗਰੀਬ ਹੁੰਦਾ ਫਿਰ ਸਾਨੂੰ ਉਹਨੇ ਕੀ ਦੇਣਾ ਸੀ? ਸਾਨੂੰ ਕੀ ਦੇਣਾ? ਹੁਣ ਸਿੱਖ ਨੂੰ ਕਿਹਾ ਤੂੰ ਦਸਵੰਧ ਕੱਢ, ਭਾਵ ਆਪਣੀ ਕਮਾਈ 'ਚ ਦਾਨ ਕਰ। ਹੁਣ ਜੇ ਸਿੱਖ ਹੈ ਹੀ ਗਰੀਬ ਤੇ ਦਾਨ ਕੀ ਕਰੇਗਾ? ਜਿਹੜੇ ਸਿੱਖ ਅਮੀਰ ਸਨ, ਦੇਖੋ 2 ਮਹੀਨੇ ਉਹਨੇ ਲੰਗਰ ਲਾਈ ਰੱਖੇ। ਜਦੋਂ ਲਾਕਡਾਊਨ ਸੀ, ਕਿੰਨਿਆਂ ਲੋਕਾਂ ਨੂੰ ਉਹਨਾਂ ਰੋਜ਼ ਰੋਟੀਆਂ ਖਵਾਈਆਂ। ਜੇ ਸਿੱਖ ਗੁਰੂ ਨੇ ਅਮੀਰ ਬਣਾਏ ਨੇ ਤਾਂ ਹੀ ਹੋਇਆ ਨਾ। ਔਰ ਟਰੰਪ ਜਿਹੜਾ ਹੈ ਰਾਸ਼ਟਰਪਤੀ ਅਮਰੀਕਾ ਦਾ, ਉਹਨੂੰ ਵੀ ਕਹਿਣਾ ਪਿਆ ਕਿ ਹਰ ਦੇਸ਼ ਵਿੱਚ ਸਿੱਖ ਹੋਣੇ ਚਾਹੀਦੇ ਨੇ ਅਤੇ ਹਰ ਦੇਸ਼ ਵਿੱਚ ਗੁਰਦੁਆਰਾ ਹੋਣਾ ਚਾਹੀਦਾ। ਉਹਨੇ ਕਹਿਣਾ ਪਿਆ ਵੀ ਤੇ ਕਮਾਲ ਦੀ ਕੌਮ ਹੈ। ਇਹ ਤਾਂ ਪਤਾ ਨਹੀਂ ਕਿੰਨੇ ਕੁ ਹੋਰ ਲੰਗਰ ਲਾਉਂਦੇ, ਇਹ ਤਾਂ ਆਪ ਹੀ ਨਸ਼ੇ ਕਰ ਕਰਕੇ ਕੰਗਾਲ ਹੋ ਰਹੇ ਨੇ। ਇਹ ਤਾਂ ਆਪ ਹੀ ਨਸ਼ੇ ਕਰ ਕਰਕੇ ਕੰਗਾਲ ਹੋ ਰਹੇ ਨੇ। ਤਾਂ ਹੀ ਕਹਿੰਦੇ ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਸਾਨੂੰ ਕੋਈ ਨਹੀਂ ਬਰਬਾਦ ਕਰਦਾ, ਸਾਡੇ ਲੱਛਣ ਹੀ ਸਾਨੂੰ ਬਰਬਾਦ ਕਰਦੇ ਹਨ। ਸੋ ਇਸ ਲਈ ਹਾਲਾਂਕਿ ਗੁਰੂ ਨਾਨਕ ਨੇ ਸਿੱਖ ਅਮੀਰ ਪੈਦਾ ਕੀਤਾ ਹੈ, ਨਹੀਂ ਤਾਂ ਉਹਨੇ ਕਹਿਣੇ ਨਹੀਂ ਸੀ ਦਸਵੰਧ ਭੇਜੋ ਗੁਰੂ ਘਰ ਨੂੰ। ਦਸਵੰਧ ਭੇਜਣਾ ਤਾਂ ਬੜਾ ਔਖਾ ਹੈ, ਔਖਾ ਲੱਗਦਾ। ਚਲੋ ਕੁਝ ਹੀ ਸਹੀ, ਵੈਸੇ ਹੁਕਮ ਤਾਂ ਦਸਵੰਧ ਦਾ ਹੀ ਹੈ, ਪਰ ਚਲੋ 1% 2% ਕੁਝ ਨਾ ਕੁਝ ਗੁਰੂ ਘਰ ਨੂੰ ਦੇਣਾ ਚਾਹੀਦਾ ਹੈ।
ਕਿਉਂ? ਗੁਰੂ ਘਰਾਂ ਦੇ ਵਿੱਚ ਰੋਜ਼ ਹਜ਼ਾਰਾਂ ਵਿਅਕਤੀ ਆ ਕੇ ਲੰਗਰ ਛਕਦੇ ਨੇ। ਸੈਂਕੜੇ ਲੋਕ ਰਾਤ ਨੂੰ ਸਰਾਵਾਂ ਦੇ ਵਿੱਚ ਰਹਿੰਦੇ ਹਨ। ਉਹਨਾਂ ਲਈ ਕਮਰਿਆਂ ਦਾ, ਮੰਜਿਆਂ ਦਾ, ਬਿਸਤਰਿਆਂ ਦਾ, ਪੱਖਿਆਂ ਦਾ ਸਾਰੇ ਪ੍ਰਬੰਧ ਕਰਨੇ ਪੈਂਦੇ ਉਹਨਾਂ ਨੂੰ। ਕਿੰਨਾ ਖਰਚਾ ਆਉਂਦਾ, ਕਿੰਨਾ ਬਿਜਲੀ ਦਾ ਖਰਚਾ ਹੈ, ਬਿਲਡਿੰਗਾਂ ਬਣਾਉਣ ਦਾ ਖਰਚਾ ਹੈ, ਬਿਲਡਿੰਗਾਂ ਨੂੰ ਮੇਨਟੇਨ ਕਰਨ ਦਾ ਖਰਚਾ ਹੈ, ਆਏ ਗਏ ਯਾਤਰੀਆਂ ਦੀ ਰਿਹਾਇਸ਼ ਅਤੇ ਜਿਹੜਾ ਖਾਣੇ ਦਾ ਪ੍ਰਬੰਧ ਕਰਨਾ। ਉਹ ਤਾਂ ਹੀ ਹੋਊਗਾ ਨਾ ਜੇ ਸਿੱਖ ਗੁਰੂ ਘਰ ਨੂੰ ਦੇਣਗੇ। ਜੇ ਸਿੱਖ ਗੁਰੂ ਘਰ ਨੂੰ ਦੇਣਗੇ ਤਾਂ ਹੀ ਚੱਲੂ। ਹੁਣ ਮੰਨ ਲਓ ਸਾਨੂੰ 1-1 ਰੁਪਈਆ ਤੁਸੀਂ ਮੱਥਾ ਟੇਕ ਜੋ ਫਰਜ਼ ਕਰੋ, ਅਸੀਂ ਕਿੱਥੋਂ ਲੰਗਰ ਲਾਵਾਂਗੇ ਜੀ? ਤੁਸੀਂ ਆਪ ਹੀ ਸੋਚੋ ਜੀ। ਮੰਨ ਲਓ 500 ਬੰਦਾ ਵੀ ਆਇਆ ਅਤੇ 1-1 ਰੁਪਈਆ ਮੱਥਾ ਟੇਕੇ 500 ਹੈ, ਅਤੇ ਲੰਗਰ 'ਤੇ 25,000 ਰੁਪਇਆ ਖਰਚਾ ਹੁੰਦਾ, ਅਤੇ ਬਾਕੀ ਕਿੱਥੋਂ ਆਉਣਗੇ? ਸੰਗਤ ਹੀ ਦਿੰਦੀ ਹੈ। ਜਿੰਨੇ ਜਿਹੋ ਜਿਹਾ ਸੰਗਤ ਦਿੰਦੀ ਹੈ ਉਹ ਜਿਹੇ ਅੱਗੋਂ ਅਸੀਂ ਚੁਕਾ ਦਿੰਦੇ ਹਾਂ। ਜ਼ਿਆਦਾ ਦਿੰਦੀ ਹੈ ਅਸੀਂ ਕਈ ਕੁਝ ਖਾਣ ਨੂੰ ਦੇ ਦਿੰਦੇ ਹਾਂ, ਘੱਟ ਦਿੰਦੇ ਨੇ ਅਸੀਂ ਵੀ ਸਿੰਪਲ ਰੋਟੀ ਖਵਾ ਦਿੰਦੇ ਬਈ। ਸੋ ਗੁਰੂ ਘਰ ਤਾਂ ਫਿਰ ਸੰਗਤ ਦੇ ਨਾਲ ਚੱਲਦੇ ਨਾ। ਹੁਣ ਦੇਖੋ ਪੰਚਮ ਪਾਤਸ਼ਾਹ ਸਮਰੱਥ ਸਨ। ਪ੍ਰਿਥੀ ਚੰਦ ਨੇ ਚਾਲ ਚੱਲੀ। ਪ੍ਰਿਥੀ ਚੰਦ ਨੂੰ ਪਹਿਲਾਂ ਹੀ ਲੋਕ ਜਾਣਦੇ ਸਨ। ਪੰਚਮ ਪਾਤਸ਼ਾਹ ਭਜਨ ਬੰਦਗੀ ਲੱਗੇ ਰਹਿੰਦੇ ਸਨ, ਇਸ ਲਈ ਆਮ ਲੋਕਾਂ ਨੂੰ ਨਹੀਂ ਸਨ ਜਾਣਦੇ। ਪ੍ਰਿਥੀ ਚੰਦ ਨੇ ਆਪਣੇ ਬੰਦੇ ਜਿਨ੍ਹਾਂ ਰਾਹਾਂ ਤੋਂ ਸੰਗਤ ਆਉਂਦੀ ਸੀ ਉੱਥੇ ਆਪਣੇ ਬੰਦੇ ਬਿਠਾਤੇ ਵੀ ਜਦੋਂ ਸੰਗਤ ਆਵੇ ਉਹਨਾਂ ਨੂੰ ਕਹੋ ਵੀ ਪ੍ਰਿਥੀ ਚੰਦ ਗੁਰੂ ਹੈ, ਉਹਨੂੰ ਗੁਰਗੱਦੀ ਦੇ ਕੇ ਚੌਥੇ ਪਾਤਸ਼ਾਹ ਸਾਰੇ ਜੀ ਜੋ ਭਟਾਵਾਂ ਲਿਆਉਣ ਪ੍ਰਿਥੀ ਚੰਦ ਨੂੰ ਦੇ ਦੇਣ। ਅਤੇ ਪ੍ਰਿਥੀ ਚੰਦ ਚਲਾਕ ਸੀ, ਜਦੋਂ ਰੋਟੀ ਖਵਾਉਣ ਦਾ ਵੇਲਾ ਆਵੇ ਉਦੋਂ ਆਪਣਾ ਬੰਦਾ ਭੇਜੇ ਵੀ ਇਹਨਾਂ ਨਾਲ ਗੁਰੂ ਅਰਜਨ ਦੇਵ ਮਹਾਰਾਜ ਲੰਗਰ 'ਚ ਲੈ ਜਾ। ਚੜਾਵਾ ਆਪ ਰੱਖ ਲੈ, ਰੋਟੀ ਖਾਣ ਲਈ ਦੂਜੇ ਪਾਸੇ ਭੇਜ ਦੇਣ। ਹੁਣ ਦੂਜੇ ਪਾਸੇ ਰੋਟੀ ਕਿੱਥੋਂ ਚੱਲੇਗੀ ਜੀ? ਪੈਸੇ ਨਾਲ ਹੀ ਚੱਲੇਗਾ ਨਾ। ਪੈਸਾ ਕਿਸੇ ਕੋਲ ਚਲੇ ਗਿਆ, ਰੋਟੀ ਫਿਰ ਕਿਵੇਂ ਚੱਲੇਗੀ? ਨਤੀਜਾ ਕੀ ਨਿਕਲਿਆ ਕਿ ਰੋਟੀ ਜਿਹੜੀ ਹੈ ਪੰਚਮ ਪਾਤਸ਼ਾਹ ਦੇ ਲੰਗਰ 'ਚ ਛੋਲਿਆਂ ਦੀ ਬਣਨ ਲੱਗ ਪਈ। ਉਹ ਵੀ 2 ਟਾਈਮ ਦੀ ਥਾਂ 'ਤੇ ਇੱਕੋ ਟਾਈਮ ਪੱਕਣ ਲੱਗ ਪਈ। ਉਹ ਤਾਂ ਭਾਈ ਗੁਰਦਾਸ ਜੀ ਆ ਗਏ, ਬੀਬੀ ਭਾਨੀ ਦੇ ਭਰਾ, ਉਹ ਆ ਗਏ। ਲੰਗਰ 'ਚ ਗਿਆ ਛੋਲਿਆਂ ਦੀ ਰੋਟੀ। ਉਹ ਕਹਿੰਦਾ ਭੈਣੇ ਆਹ ਕੀ? ਬੀਬੀ ਭਾਨੀ ਨੇ ਸਾਰਾ ਦੱਸਿਆ ਵੀ ਭਰਾਵਾ ਆਹ ਗੱਲ ਹੋਈ। ਕਹਿੰਦਾ ਅੱਛਾ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸੱਦ ਲਿਆ, ਉਹਨਾਂ ਦੇ ਪਿੰਡੋਂ ਉਹਨਾਂ ਨੂੰ ਸੱਦ ਲਿਆ। ਹੋਰ ਸਿੱਖ ਜਿਨ੍ਹਾਂ ਨੂੰ ਸੰਗਤ ਜਾਣਦੇ ਸੀ ਉਹ ਲੈ ਕੇ ਆਪ ਰਾਹਾਂ 'ਤੇ ਬਹਿ ਗਏ। ਹੁਣ ਭਾਈ ਗੁਰਦਾਸ ਨੂੰ ਵੀ ਸਾਰੇ ਸਿੱਖ ਜਾਣਦੇ ਸਨ ਅਤੇ ਬਾਬਾ ਬੁੱਢੇ ਜੀ ਨੂੰ ਵੀ ਸਾਰੇ ਸਿੱਖ ਜਾਣਦੇ ਸਨ। ਇਹਨਾਂ ਨੇ ਫਿਰ ਸੰਗਤ ਨੂੰ ਦੱਸਿਆ ਵੀ ਪ੍ਰਿਥੀ ਚੰਦ ਤੁਹਾਡੇ ਨਾਲ ਧੋਖਾ ਕਰਦਾ, ਗੁਰਗੱਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲੀ ਹੋਈ ਹੈ। ਅਤੇ ਫਿਰ ਸਾਰਾ ਚੜਾਵਾ ਪੰਚਮ ਪਾਤਸ਼ਾਹ ਕੋਲ ਆਉਣ ਲੱਗ ਪਿਆ ਅਤੇ ਫਿਰ ਕਣਕ ਦੀਆਂ ਰੋਟੀਆਂ, ਦਾਲਾਂ, ਸਬਜ਼ੀਆਂ ਸਭ ਵੀ ਬਣਨ ਲੱਗ ਗਏ। ਗੱਲ ਸਮਝ ਗਏ ਹੋ? ਗੁਰੂ ਘਰ ਨੂੰ ਭੇਜਣਾ, ਆਪਣੀ ਕਮਾਈ ਦਾ ਕੁਝ ਹਿੱਸਾ ਗੁਰੂ ਘਰ ਨੂੰ ਭੇਜੋ। ਚਾਹੇ ਗੁਰੂ ਘਰ 'ਤੇ ਲਾ ਦਿਓ, ਕੋਈ ਕਹਿੰਦੇ ਮੈਂ ਕਲੀ ਕਰਾ ਦਿੰਦਾ ਜੀ, ਕੋਈ ਕਹਿੰਦਾ ਮੈਂ ਫਰਸ਼ ਲਵਾ ਦਿੰਦਾ ਜੀ, ਕੋਈ ਕਹਿੰਦਾ ਮੈਂ ਪੱਖੇ ਲਵਾ ਦਿੰਦਾ ਜੀ। ਇੱਕੋ ਹੀ ਗੱਲ ਹੈ, ਇੱਕੋ ਹੀ ਗੱਲ ਹੈ। ਕੋਈ ਚੀਜ਼ ਲੱਗਣ ਵਾਲੀ ਹੈ, ਅਗਲਾ ਕਹਿੰਦੇ ਹਾਂ ਜੀ ਤੁਹਾਨੂੰ ਪੱਖੇ ਚਾਹੀਦੇ ਨੇ, ਮੈਂ ਭੇਟ ਕਰ ਦੇਣਾ, ਇੰਨੇ ਜੋਗਾ ਮੈਂ ਇੰਨੇ ਦੇ ਦੇਣਾ, ਬਾਕੀ ਕਿਸੇ ਹੋਰ 'ਤੇ ਲੈ ਲਓ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਿਰੁਕਤ ਸਰੂਪ ਹੈ, ਹੇ ਪਰਮਾਤਮਾ ਤੇਰੇ ਸਰੂਪ ਦਾ ਕੋਈ ਵਰਣਨ ਨਹੀਂ ਕਰ ਸਕਦਾ। ਤੂੰ ਅਕਥ ਹੈ, ਤੇਰੇ ਮੁਕਤ, ਤੂੰ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ, ਬੇਭੂਤ ਹੈ, ਤੂੰ ਅਮੀਰ ਹੈ। ਪਰਮਾਤਮਾ ਤੇ ਅਮੀਰ ਹੈ। ਜੋ ਗਰੀਬ ਹੁੰਦਾ ਫਿਰ ਸਾਨੂੰ ਕਿੱਥੋਂ ਦਿੰਦਾ? ਉਹ ਤਾਂ ਦਾਤਾ, ਉਹ ਤਾਂ ਦਾਤਾ ਸਾਰੇ ਸੰਸਾਰ ਦਾ ਦਾਤਾ ਹੈ। ਬੇਭੂਤ ਹੁੰਦਾ ਜਿਹਦੇ ਕੋਲ ਸਭ ਕੁਛ ਹੋਵੇ, ਅਮੀਰ। ਹੈ ਪਰਮਾ ਤੂੰ ਤੇ ਅਮੀਰ ਹੈ, ਤੂੰ ਤਿੰਨਾਂ ਗੁਣਾਂ ਤੋਂ ਰਹਿਤ ਹੈ, ਤੂੰ ਨਿਰਗਤ ਸਰੂਪ ਹੈ, ਤੇਰੇ ਸਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਪਰ ਭੁਗਤ ਪ੍ਰਭਾ ਹੈ, ਪਰ ਹੁੰਦਾ ਚੰਗੀ ਤਰ੍ਹਾਂ, ਭੁਗਤ ਹੁੰਦਾ ਭੋਗਣ ਵਾਲਾ, ਪ੍ਰਭਾ ਹੁੰਦਾ ਪ੍ਰਭਤਾ, ਵਡਿਆਈ, ਸ਼ੋਭਾ।
ਪਰਮਾਤਮਾ ਆਪਣੀ ਪ੍ਰਭਤਾ ਨੂੰ, ਆਪਣੀ ਵਡਿਆਈ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਪਰਮਾਤਮਾ ਆਪਣੀ ਵਡਿਆਈ ਨੂੰ ਭੋਗ ਰਿਹਾ ਹੈ। ਕਿਉਂ? ਲੋਕ ਉਹਦੀ ਵਡਿਆਈ ਕਰਦੇ ਨੇ। ਉਹਦਾ ਵਾਹਿਗੁਰੂ ਵਾਹਿਗੁਰੂ ਕਰਨਾ, ਉਹਦੀ ਵਡਿਆਈ ਹੀ ਕਰਨਾ। ਰਾਮ ਰਾਮ ਕਰਨਾ, ਉਹਦੀ ਵਡਿਆਈ ਹੀ ਕਰਨਾ। ਗੁਰਮੰਤਰ ਕੀ ਹੈ? ਇਹ ਪਰਮਾਤਮਾ ਦੀ ਵਡਿਆਈ ਹੈ। ਜਦੋਂ ਆਪਾਂ ਗੁਰਮੰਤਰ ਦਾ ਜਾਪ ਕਰਦੇ, ਸਮਝੋ ਆਪਾਂ ਪਰਮਾਤਮਾ ਦੀ ਵਡਿਆਈ ਕਰ ਰਹੇ ਹਾਂ। ਆਹ ਜਾਪ ਸਾਹਿਬ ਵੀ ਸਾਰੇ ਪਰਮਾਤਮਾ ਦੀ ਵਡਿਆਈ ਹੀ ਹੈ। ਇਹ ਵੀ ਸਮਝੋ ਗੁਰਮੰਤਰ ਹੀ ਹੈ। ਵਾਹਿਗੁਰੂ ਵਾਹਿਗੁਰੂ ਕਰ ਲਿਆ ਤਾਂ ਵੀ, ਜੇ ਆਹ ਜਾਪ ਸਾਹਿਬ ਦਾ ਪਾਠ ਕਰ ਲਿਆ ਤਾਂ ਵੀ ਇੱਕੋ ਹੀ ਗੱਲ ਹੈ। ਇਹ ਵੀ ਸਾਰੀ ਵਡਿਆਈ ਹੈ। ਦੇਖੋ ਵਡਿਆਈ ਕੀਤੀ ਜਾ ਰਹੀ ਨਾ। ਨਿਰੁਕਤ ਸਰੂਪ ਹੈ, ਤੇਰੇ ਸਰੂਪ ਦਾ ਕੋਈ ਵਰਣਨ ਨਹੀਂ ਕਰ ਸਕਦਾ। ਤੇਰੇ ਮੁਕਤ ਹੈ, ਤੂੰ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ। ਬੇਭੂਤ ਹੈ, ਤੂੰ ਅਮੀਰ ਹੈ, ਪਰ ਭੁਗਤ ਪ੍ਰਭਾ ਹੈ, ਤੂੰ ਆਪਣੀ ਵਡਿਆਈ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਸੁਜੁਗਤ ਸੁਦਾ ਹੈ। ਸੁਜੁਗਤ ਹੁੰਦਾ ਸਾਰਿਆਂ ਨਾਲ ਜੁੜਿਆ ਹੋਇਆ ਹੈ। ਪਰਮਾਤਮਾ ਅਲੱਗ ਨਹੀਂ, ਸਾਡੇ ਨਾਲ ਜੁੜਿਆ ਹੋਇਆ ਹੈ, ਪਰ ਸੁਦਾ ਹੈ। ਤੂੰ ਸ਼ੁੱਧ ਸਰੂਪ ਹੈ, ਤੇਰੇ 'ਤੇ ਸਾਡਾ ਅਸਰ ਕੋਈ ਨਹੀਂ। ਜੇ ਕੋਈ ਬੰਦਾ ਸਾਡੀ ਸੰਗਤ ਕਰੇ ਤਾਂ ਸਾਡੇ ਚੰਗੇ ਜਾਂ ਮੰਦੇ ਔਗਣ ਗੁਣਾ ਔਗਣ ਦੇ 'ਤੇ ਅਸਰ ਹੋ ਜਾਂਦਾ ਹੈ। ਮੰਨ ਲਓ ਕੋਈ ਮੇਰੀ ਸੰਗਤ ਕਰ ਰਿਹਾ, ਜੋ ਮੇਰੇ 'ਚ ਗੁਣ ਹੈ ਉਹਦਾ ਵੀ ਉਸ 'ਤੇ ਅਸਰ ਹੋ ਜਾਏਗਾ, ਜੋ ਮੇਰੇ ਅੰਦਰ ਔਗਣ ਹੈ ਉਹਦਾ ਵੀ ਉਸ 'ਤੇ ਅਸਰ ਹੋ ਜਾਏਗਾ। ਗੁਰੂ ਵਿੱਚ ਤੇ ਪਰਮਾਤਮਾ 'ਚ ਕੋਈ ਔਗਣ ਨਹੀਂ ਹੁੰਦਾ। ਸਾਡੇ ਕਿਸੇ ਗੁਰੂ ਦੇ ਵਿੱਚ ਕੋਈ ਔਗਣ ਨਹੀਂ ਸੀ, ਇਸ ਲਈ ਗੁਰੂ ਦੀ ਸੰਗਤ ਕਰਦੇ ਸੀ। ਜਿਹੜਾ ਗੁਰੂ ਦੀ ਸੰਗਤ ਕਰਦਾ ਇਹ ਕਲਾਸ ਇਨਸਾਨ ਹੋ ਜਾਂਦਾ ਸੀ। ਨਾਮ ਜਪਦਾ ਸੀ, ਬਾਣੀ ਪੜ੍ਹਦਾ ਸੀ, ਦਸਾਂ ਨੂੰ ਦੀ ਕਿਰਤ ਕਰਦਾ ਸੀ, ਆਪਣਾ ਚਾਲ ਚਲਣ ਉੱਚਾ ਰੱਖਦਾ ਸੀ, ਕਿਹਦੀ ਨਿੰਦਿਆ ਚੁਗਲੀ ਨਹੀਂ ਸੀ ਕਰਦਾ, ਕੋਈ ਨਸ਼ਾ ਨਹੀਂ ਸੀ ਕਰਦਾ। ਦਸਮ ਪਾਤਸ਼ਾਹ ਘੋੜੇ 'ਤੇ ਚੜ੍ਹੇ ਜਾ ਰਹੇ ਨੇ, ਅੱਗੇ ਅੱਗੇ ਤੰਬਾਕੂ ਦਾ ਖੇਤ। ਦਸਮ ਪਾਤਸ਼ਾਹ ਦਾ ਘੋੜਾ ਰੁਕ ਗਿਆ, ਉਹਨਾਂ ਨੇ ਘੋੜੇ ਨੂੰ ਅੱਡੀ ਮਾਰੀ ਹੈ, ਘੋੜਾ ਨਹੀਂ ਤੁਰਦਾ, ਖੜ੍ਹਾ। ਦਸਮ ਪਾਤਸ਼ਾਹ ਕਹਿੰਦੇ ਸਿੱਖੋ ਪਤਾ ਦੇਖੋ ਅੱਗੇ ਕੀ ਹੈ। ਘੋੜਾ ਖੜ੍ਹ ਗਿਆ, ਅੱਗੇ ਦੇਖਿਆ, ਕਹਿ ਜੀ ਇਹ ਤਾਂ ਤੰਬਾਕੂ ਦਾ ਖੇਤ ਹੈ ਜੀ। ਉਹ ਕਹਿੰਦੇ ਦੇਖੋ ਗੁਰਮੁਖੋ, ਸਾਡਾ ਤਾਂ ਘੋੜਾ ਤੰਬਾਕੂ ਦੇ ਖੇਤ 'ਚੋਂ ਨਹੀਂ ਲੰਘਦਾ ਹੈ, ਇਸ ਲਈ ਤੁਸੀਂ ਕਦੇ ਵੀ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਜਦੋਂ ਅੰਮ੍ਰਿਤ ਛਕਾਉਂਦੇ ਨੇ ਇੱਕ ਖਾਸ ਕਹਿੰਦੇ ਵੀ ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਇਹਨੇ ਤੰਬਾਕੂ ਦੀ ਕਿਸੇ ਹਾਲਤ ਦੀ ਵਰਤੋਂ ਨਹੀਂ ਕਰਨੀ। ਸੋ ਪੁਰਾਤਨ ਸਿੱਖ ਗੁਰੂ ਦੀ ਗੱਲ 'ਤੇ ਪਹਿਰਾ ਦਿੰਦੇ ਸਨ, ਇਸ ਲਈ ਉਹਨਾਂ ਦੀ ਬੱਲੇ ਬੱਲੇ ਸੀ, ਇਸ ਲਈ ਉਹਨਾਂ ਦੀ ਬੱਲੇ ਬੱਲੇ ਸੀ। ਸੋ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੀ ਗੱਲ 'ਤੇ ਪਹਿਰਾ ਦੇ ਕੇ ਗੁਰੂ ਦੇ ਪਿਆਰੇ ਬਣੀਏ। ਅਤੇ ਜੇ ਸਿੱਖ ਨੂੰ ਗੁਰੂ ਪਿਆਰ ਕਰਦਾ ਤਾਂ ਮੌਜਾਂ ਕਰਦਾ। ਜਿਵੇਂ ਜਿਸ ਬੱਚੇ ਨੂੰ ਮਾਂ ਪਿਓ ਪਿਆਰ ਕਰਨ ਹੈ ਨਾ ਮੌਜਾਂ, ਜਿਸ ਬੱਚੇ ਟੀਚਰ ਪਿਆਰ ਕਰਨ ਹੈ ਨਾ ਮੌਜਾਂ, ਜਿਸ ਕਰਮਚਾਰੀ ਨੂੰ ਅਫਸਰ ਪਿਆਰ ਕਰੇ ਹੈ ਨਾ ਮੌਜ। ਅਤੇ ਮੈਨੂੰ ਅਜੇ ਵੀ ਯਾਦ ਹੈ, ਅਤੇ ਮੈਂ ਤੁਹਾਨੂੰ ਇੱਕ ਦੋ ਵਾਰੀ ਸੁਣਾਇਆ ਵੀ ਸੀ ਕਿ ਮੈਂ ਦੂਜੀ ਜਮਾਤ 'ਚ ਪੜ੍ਹਦਾ ਸੀ, ਮੇਰਾ ਭਰਾ ਉਹਦਾ ਟੀਚਰ ਲੱਗਿਆ ਹੋਇਆ ਸੀ। ਇੱਕ ਦਿਨ ਮੈਂ ਠੀਕ ਮੂਡ ਦੇ ਵਿੱਚ ਹੀ ਸੀ, ਉਹਨੇ ਮੈਨੂੰ ਆਪਣੇ ਕੋਲ ਸੱਦਿਆ, ਕਹਿੰਦੇ ਮੇਰੀ ਨਾ 3 ਗੱਲਾਂ ਯਾਦ ਰੱਖੀ। ਮੈਂ ਬੋਲਾ ਜੀ। ਨੰਬਰ 1, ਮਾਂ ਪਿਓ ਦੇ ਅੱਗੇ ਨਹੀਂ ਬੋਲਣਾ। ਭਾਵੇਂ ਤੈਨੂੰ ਪਤਾ ਹੋਵੇ ਕਿ ਮੇਰੇ ਮਾਂ ਬਾਪ ਗਲਤੀ ਨਾਲ ਮੈਨੂੰ ਝਿੜਕ ਰਹੇ ਹਨ, ਮੈਂ ਗਲਤੀ ਨਹੀਂ ਕੀਤੀ, ਪਰ ਇਹ ਮੈਨੂੰ ਝਿੜਕ ਰਹੇ ਨੇ, ਤਾਂ ਵੀ ਚੁੱਪ ਰਹਿਣਾ, ਅੱਗੇ ਨਹੀਂ ਬੋਲਣਾ। ਨੰਬਰ 2, ਟੀਚਰ ਦੇ ਅੱਗੇ ਨਹੀਂ ਬੋਲਣਾ। ਨੰਬਰ 3, ਜਦੋਂ ਤੈਨੂੰ ਨੌਕਰੀ ਮਿਲੇ ਆਪਣੇ ਅਫਸਰ ਦੇ ਅੱਗੇ ਨਹੀਂ ਬੋਲਣਾ। ਕਿ 3 ਗੱਲਾਂ ਯਾਦ ਰੱਖੀ, ਮਾਂ ਪਿਓ ਦੇ ਅੱਗੇ ਨਹੀਂ ਬੋਲਣਾ, ਟੀਚਰ ਦੇ ਅੱਗੇ ਨਹੀਂ ਬੋਲਣਾ, ਆਪਣੇ ਅਫਸਰ ਦੇ ਅੱਗੇ ਨਹੀਂ ਬੋਲਣਾ, ਅਤੇ ਮੌਜ ਕਰੀ, ਅਤੇ ਮੌਜ ਕਰੀ। ਅਤੇ ਦਾਤੇ ਦੀ ਕਿਰਪਾ ਮੈਂ ਦਾਅਵੇ ਨਾਲ ਕਹਿਦਾ ਕਿ ਮੈਂ 37 ਜਿੰਨਾ ਹੁਣ 77.5 ਸਾਲ ਉਮਰ ਹੋ ਗਈ, ਹੁਣ ਤਾਂ ਚਲੋ ਨਾ ਮਾਂ ਪਿਓ ਰਹੇ, ਨਾ ਜਵਾਕ ਜਿਹੜਾ ਨਾ ਟੀਚਰ ਰਹੇ, ਪਰ ਜਿੰਨਾ ਸਮਾਂ ਸੀ ਰਿਟਾਇਰ ਜਿੰਨਾ ਚਿਰ ਮੈਂ ਨਹੀਂ ਹੋਇਆ, ਮੈਂ ਇਹਨਾਂ 3 ਗੱਲਾਂ 'ਤੇ ਪਹਿਰਾ ਦਿੱਤਾ। ਜੇ ਕੋਈ ਮੇਰਾ ਆਫੀਸਰ ਇਸ ਵੇਲੇ ਸੁਣ ਵੀ ਰਿਹਾ ਹੋਵੇ ਕਥਾ ਮੇਰੀ ਵਾਰਤਾ, ਤਾਂ ਉਹ ਵੀ ਕਹੇਗਾ ਵੀ ਜੈਮਲ ਸਿੰਘ ਠੀਕ ਕਹਿ ਰਿਹਾ ਹੈ। ਪਹਿਰਾ ਦੇਣਾ ਹੈ,
ਐਂ ਹੀ ਅਸੀਂ ਗੁਰੂ ਦੀ ਗੱਲ 'ਤੇ ਪਹਿਰਾ ਦੇ ਕੇ ਮੌਜ ਕਰਨੀ ਹੈ। ਸੋ ਗੁਰਬਾਣੀ ਕਹਿੰਦੀ ਸੁਯੁਗਤ, ਜਿਹੜਾ ਸਾਰਿਆਂ ਨਾਲ ਜੁੜਿਆ ਹੋਇਆ ਹੈ। ਸੁਧਾ, ਸੁਧਾ ਅੰਮ੍ਰਿਤ ਨੂੰ ਵੀ ਕਹਿੰਦੇ ਨੇ। ਇੱਥੇ ਸ਼ੁੱਧ ਸਰੂਪ ਪਰਮਾਤਮਾ ਦੀ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਹੈ, ਉਹ ਸ਼ੁੱਧ ਸਰੂਪ ਹੈ। ਫਿਰ ਦੇਖ ਲਓ, ਨਿਰੁਕਤ ਸਰੂਪ ਹੈ। ਹੇ ਪਰਮਾਤਮਾ, ਤੇਰੇ ਸਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ। ਤੂੰ ਅਕਥ ਹੈ, ਤੇਰੇ ਮੁਕਤ ਵਿਭੂਤ ਹੈ। ਤੂੰ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੈ, ਭਾਵ ਮਾਇਆ ਦਾ ਤੇਰੇ 'ਤੇ ਪ੍ਰਭਾਵ ਨਹੀਂ ਹੈ। ਵਿਭੂਤ ਹੈ, ਤੂੰ ਅਮੀਰ ਹੈ, ਪਰ ਭੁਗਤ ਪ੍ਰਭਾ ਹੈ। ਤੂੰ ਆਪਣੀ ਵਡਿਆਈ ਨੂੰ ਭੋਗਣ ਵਾਲਾ ਹੈ। ਸੁਯੁਗਤ ਸੁਧਾ ਹੈ, ਤੂੰ ਸਾਰਿਆਂ ਨਾਲ ਜੁੜਿਆ ਹੋਇਆ ਹੈ, ਪਰ ਫਿਰ ਵੀ ਤੂੰ ਪਵਿੱਤਰ ਹੈ। ਅੱਗੇ ਕਹਿੰਦੇ ਸदैवं ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ। ਇਹਨੂੰ ਸਮਸਤੋ ਨਹੀਂ ਪੜ੍ਹਨਾ, ਹਿੰਦੀ ਦਾ ਸ਼ਬਦ ਹੈ ਸਮਸਤ, ਸਾਰੇ ਨੂੰ ਕਹਿੰਦੇ ਨੇ। ਸਮਸਤ ਸਾਰੇ ਨੂੰ ਕਹਿੰਦੇ ਨੇ, ਇਸ ਲਈ ਮੰਮੇ 'ਤੇ ਅਧਿਕ ਬੋਲਣੀ। ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਸदैवं ਸਰੂਪ ਹੈ, ਤੇਰਾ ਸਰੂਪ ਸਦਾ ਰਹਿਣ ਵਾਲਾ ਹੈ। ਸदैव ਸਦਾ ਰਹਿਣ ਵਾਲਾ, ਤੇਰਾ ਸਰੂਪ ਸਦਾ ਰਹਿਣ ਵਾਲਾ ਹੈ। ਅਸੀਂ ਤਾਂ ਸਦਾ ਰਹਿਣ ਵਾਲੇ ਨਹੀਂ ਹੈਗੇ, ਅਸੀਂ ਤਾਂ ਪੈਦਾ ਹੋਏ ਇੱਕ ਦਿਨ ਮਰ ਜਾਵਾਂਗੇ, ਸਾਡਾ ਸਰੂਪ ਤਾਂ ਖਤਮ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਹੇ ਪਰਮਾਤਮਾ, ਸदैवं ਸਰੂਪ ਹੈ। ਹੇ ਪਰਮਾਤਮਾ, ਤੇਰਾ ਸਰੂਪ ਸਦਾ ਰਹਿਣ ਵਾਲਾ ਹੈ। ਅਭੇਦੀ ਅਨੂਪ ਹੈ, ਅਭੇਦੀ, ਤੇਰਾ ਕੋਈ ਭੇਦ ਨਹੀਂ ਜਾਣ ਸਕਦਾ, ਤੂੰ ਭੇਦ ਤੋਂ ਰਹਿਤ ਹੈ। ਅਨੂਪ ਹੈ, ਅਨੂਪ ਹੁੰਦਾ ਜਿਹਦੀ ਉਪਮਾ ਕੀਤੀ ਹੀ ਨਾ ਜਾ ਸਕੇ। ਇੱਕ ਤਾਂ ਹੁੰਦਾ ਕਿ ਇਹਦੀ ਵਡਿਆਈ ਕੀਤੀ ਜਾ ਸਕਦੀ ਹੈ, ਪਰਮਾਤਮਾ ਦੀ ਵਡਿਆਈ ਹੀ ਇੰਨੀ ਹੈ ਕਿ ਉਹਦੀ ਸਾਰੀ ਵਡਿਆਈ ਕੀਤੀ ਹੀ ਨਹੀਂ ਜਾ ਸਕਦੀ, ਇਸ ਲਈ ਉਹ ਉਪਮਾ ਰਹਿਤ ਹੈ। ਉਂਝ ਅਨੂਪ ਦਾ ਹੈਗਾ ਅਤੀ ਸੁੰਦਰ, ਪਰਮਾਤਮਾ ਅਤੀ ਸੁੰਦਰ ਹੈ। ਹਿੰਦੀ ਕਹਿੰਦੇ ਅਨੁਪਮ, ਅਨੁਪਮ ਹੁੰਦਾ ਜਿਸ ਦੀ ਉਪਮਾ ਕੀਤੀ ਹੀ ਨਾ ਜਾ ਸਕੇ, ਜਿਸ ਦੀ ਵਡਿਆਈ ਕੀਤੀ ਹੀ ਨਾ ਜਾ ਸਕੇ, ਉਹਨੂੰ ਕਹਿੰਦੇ ਅਨੁਪਮ, ਉਸ ਤੋਂ ਬਣਿਆ ਅਨੂਪ। ਅਭੇਦੀ, ਇਹ ਪਰਮਾਤਮਾ ਤੇਰਾ ਕੋਈ ਭੇਦ ਨਹੀਂ ਜਾਣਦਾ। ਅਨੂਪ ਹੈ, ਤੂੰ ਉਪਮਾ ਤੋਂ ਰਹਿਤ ਹੈ, ਤੇਰੀ ਕੋਈ ਉਪਮਾ ਕਰ ਹੀ ਨਹੀਂ ਸਕਦਾ। ਸਮਸਤੋ ਪਰਾਜ ਹੈ, ਸਮਸਤੋ ਸਾਰਿਆਂ ਨੂੰ, ਪਰਾਜ ਦਾ ਹਰਾਉਣ ਵਾਲਾ, ਤੂੰ ਸਾਰਿਆਂ ਨੂੰ ਹਰਾਉਣ ਵਾਲਾ ਹੈ। ਇਹ ਨਹੀਂ ਕਿ ਪਰਮਾਤਮਾ ਦੇ ਅੱਗੇ ਕੋਈ ਅੜੇਗਾ। ਕਹੇ ਕਹਾਵਤ ਨਹੀਂ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ, ਕਹਾਵਤ ਹੈ। ਸਮਸਤੋ ਪਰਾਜ ਹੈ, ਤੂੰ ਸਾਰਿਆਂ ਨੂੰ ਹਰਾ ਦੇਣ ਵਾਲਾ ਹੈ। ਸਦਾ ਸਰਬ ਸਾਜ ਹੈ, ਸਾਜ ਦਾ ਸਾਜਣਾ, ਸਦਾ ਸਰਬ ਸਾਜ ਹੈ, ਤੂੰ ਸਦਾ ਹੀ ਸਾਰਿਆਂ ਦੀ ਸਾਜਨਾ ਕਰਨ ਵਾਲਾ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ। ਸदैवं ਇਸ ਸ਼ਬਦ ਹੈ ਸਦਾ ਰਹਿਣ ਵਾਲਾ। ਇੱਕ ਚ ਹੈ ਅਭੇਦੀ, ਜਿਹਦਾ ਭੇਦ ਨਾ ਪਤਾ ਲੱਗੇ। ਅਨੂਪ, ਜਿਹਦੇ ਵਰਗਾ ਹੋਰ ਕੋਈ ਹੋਵੇ ਹੀ ਨਾ, ਕਿਉਂਕਿ ਜੇ ਕੋਈ ਹੋਰ ਹੋਵੇਗਾ ਫਿਰ ਤੁਸੀਂ ਦੱਸ ਸਕਦੇ ਇਹੋ ਜਿਹਾ, ਹੋਰ ਹੈ ਹੀ ਨਹੀਂ, ਇਸ ਲਈ ਅਸੀਂ ਉਹਦੇ ਬਾਰੇ ਦੱਸ ਹੀ ਨਹੀਂ ਸਕਦੇ। ਇਸ ਲਈ ਪਰਮਾਤਮਾ ਉਪਮਾ ਤੋਂ ਰਹਿਤ ਹੈ, ਅਨੂਪ ਹੈ। ਸਮਸਤੋ ਹੁੰਦਾ ਸਾਰਾ, ਪਰਾਜ ਹੁੰਦਾ ਹਰਾਉਣ ਵਾਲਾ, ਤੂੰ ਸਾਰਿਆਂ ਨੂੰ ਹਰਾਉਣ ਵਾਲਾ ਹੈ। ਸਦਾ ਸਰਬ ਸਾਜ ਹੈ, ਸਾਜ ਹੁੰਦਾ ਸਾਜਣਾ ਬਣਾਉਣਾ, ਤੂੰ ਸਦਾ ਸਾਰਿਆਂ ਨੂੰ ਸਾਜਣ ਵਾਲਾ ਹੈ, ਬਣਾਉਣ ਵਾਲਾ ਹੈ। ਸਮਸਤੁਲ ਸਲਾਮ ਹੈ, ਸदैवुल ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਸਮਸਤੁਲ ਸਦਾ ਹੀ ਸਲਾਮ ਹੈ, ਸਲਾਮਤ ਹੈ। ਔਰ ਕਿ ਫਲਾਣਾ ਬੰਦੇ ਸਹੀ ਸਲਾਮਤ ਹੈ। ਆਪਾਂ ਦੇਖੋ ਫਾਰਸੀ ਦੇ ਕਈ ਸ਼ਬਦ ਬੋਲਦੇ ਆ ਜਿਹੜੇ ਆਮ ਪ੍ਰਚਲਿਤ ਹੋ ਗਏ ਨੇ। ਕੀ ਹਾਲ ਚਾਲ, ਉਹ ਸਹੀ ਸਲਾਮਤ ਹੈ, ਪਰ ਠੀਕ ਠਾਕ ਹੈ, ਠੀਕ ਠਾਕ।
ਸਮਸਤੁਲ ਸਲਾਮ ਹੈ। ਸਮਸਤੁਲ ਹੁੰਦਾ ਸਦਾ ਹੀ, ਤੂੰ ਸਦਾ ਹੀ ਸਲਾਮਤ ਹੈ, ਤੂੰ ਸਦਾ ਹੀ ਰਹਿਣ ਵਾਲਾ ਹੈ। ਸदैवल ਅਕਾਮ ਹੈ। ਕਾਮ ਹੁੰਦੀ ਹੈ ਇੱਛਾ, ਅਕਾਮ, ਤੂੰ ਸਦਾ ਹੀ ਇੱਛਾ ਤੋਂ ਰਹਿਤ ਹੈ, ਤੇਰੀ ਕੋਈ ਇੱਛਾ ਹੀ ਨਹੀਂ। ਇੱਛਾ ਹੀ ਦੁੱਖ ਦਾ ਕਾਰਨ ਹੈ, ਇੱਛਾ ਹੀ ਕੋਈ ਨਹੀਂ। ਮੰਨ ਲਓ ਮੇਰੀ ਇੱਛਾ ਹੀ ਕੋਈ ਨਹੀਂ ਤੇ ਮੈਨੂੰ ਦੁੱਖ ਕਾਹਦਾ? ਦੁੱਖ ਤੇ ਇੱਛਾ ਦਾ। ਇੱਛਾ ਪੈਦਾ ਹੋ ਗਈ, ਦੁੱਖ ਸ਼ੁਰੂ ਹੋ ਗਿਆ। ਧਿਆਨ ਦੇਣਾ, ਇੱਛਾ ਪੈਦਾ ਹੋ ਗਈ, ਦੁੱਖ ਸ਼ੁਰੂ ਹੋ ਗਿਆ। ਮੁੰਡਾ 2.5 ਸਾਲਾਂ ਦਾ, ਕੁੜੀ 2.5 ਸਾਲ ਦੀ ਹੋ ਗਈ। ਹੁਣ ਇਹਨੂੰ ਚੰਗੇ ਸਕੂਲ ਦਾਖਲਾ ਮਿਲ ਜਾਵੇ, ਇੱਛਾ ਹੋ ਗਈ ਨਾ। ਉਹ ਮਿਲ ਨਹੀਂ ਰਿਹਾ, ਉਹ ਮਿਲ ਨਹੀਂ ਰਿਹਾ, ਚਿੰਤਾ ਲੱਗ ਗਈ। ਚਲੋ ਦਾਖਲਾ ਮਿਲ ਗਿਆ। ਫਿਰ ਇਹ ਪੜ੍ਹਾਈ 'ਚ ਹੁਸ਼ਿਆਰ ਹੋਵੇ, ਉਹ ਹੈ ਨਹੀਂ, ਲੱਗ ਰਹੀ ਚਿੰਤਾ। ਉਹ ਪੜ੍ਹ ਗਿਆ ਹੈ, ਇਹਨੂੰ ਕੋਈ ਨੌਕਰੀ ਮਿਲ ਜਾਏ, ਉਹ ਮਿਲ ਨਹੀਂ ਰਹੀ, ਇੱਛਾ ਹੈ। ਇਸ ਲਈ ਇੱਛਾ ਹੀ ਸਾਡੀ ਚਿੰਤਾ ਦਾ ਕਾਰਨ ਹੈ। ਅਤੇ ਇੱਛਾ ਤਾਂ ਰਹੇਗੀ ਹੀ ਰਹੇਗੀ। ਅਸੀਂ ਕੋਈ ਬ੍ਰਹਮ ਗਿਆਨੀ ਥੋੜ੍ਹਾ ਵੀ ਇੱਛਾ ਹੀ ਨਹੀਂ ਹੋਵੇਗੀ। ਇਸ ਲਈ ਇੱਛਾ ਰਹੇਗੀ ਅਤੇ ਅਸੀਂ ਦੁਖੀ ਰਹਾਂਗੇ, ਬਸ ਸਿੱਧਾ ਹਿਸਾਬ ਹੈ। ਇਸ ਲਈ ਜਿਹੜਾ ਵੀ ਉਹੀ ਦੁਖੀ ਹੈ, ਕਿਉਂ ਹਰ ਇੱਕ ਦੀ ਕੋਈ ਨਾ ਕੋਈ ਇੱਛਾ। ਜਦੋਂ ਕੋਈ ਇੱਛਾ ਨਹੀਂ ਰਹੇਗਾ ਫਿਰ ਕੋਈ ਦੁੱਖ ਨਹੀਂ ਹੁੰਦਾ, ਇੱਛਾ ਹੀ ਕੋਈ ਨਹੀਂ। 2600 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਵੀ ਇਹੀ ਗੱਲ ਕਹੀ ਸੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਬਾਣੀ ਵੀ ਕਹਿੰਦੀ ਇਹ ਸੰਸਾਰ ਦੁੱਖਾਂ ਦਾ ਘਰ। ਸਾਡੀਆਂ ਇੱਛਾਵਾਂ, ਤ੍ਰਿਸ਼ਨਾਵਾਂ ਸਾਡੇ ਦੁੱਖਾਂ ਦਾ ਕਾਰਨ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਪਹਿਲਾਂ ਮਨੁੱਖ ਦੀਆਂ ਇੱਛਾਵਾਂ ਥੋੜ੍ਹੀਆਂ ਹੁੰਦੀਆਂ ਸਨ, ਇਸ ਲਈ ਠੀਕ ਚੱਲੀ ਜਾਂਦਾ ਸੀ। ਗਰੀਬੀ ਦਾਅਵੇ ਦੇ ਵਿੱਚ ਵੀ ਠੀਕ ਚੱਲੀ ਜਾਂਦਾ ਸੀ। ਅੱਜ ਅਸੀਂ ਅਮੀਰ ਹਾਂ, ਫਿਰ ਵੀ ਦੁਖੀ ਹਾਂ, ਕਿਉਂਕਿ ਸਾਡੀ ਇੱਛਾਵਾਂ ਬਹੁਤ ਨੇ ਅਤੇ ਸਾਰੀਆਂ ਇੱਛਾਵਾਂ ਮਾਇਆ ਨਾਲ ਨਹੀਂ ਪੂਰੀਆਂ ਹੋਇਆ ਕਰਦੀਆਂ। ਜੇ ਕੋਈ ਅਮੀਰ ਕਹਿ ਰਿਹਾ ਮੇਰੇ ਕੋਲ ਮਾਇਆ ਨਾਲ ਇੱਛਾਵਾਂ ਪੂਰੀਆਂ ਕਰਨਾ, ਨਾ ਭੁਲੇਖਾ, ਮਾਇਆ ਨਾਲ ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ। ਸਾਰੇ ਥੋੜ੍ਹੇ ਇੱਛਾਵਾਂ ਪੂਰੀਆਂ ਹੁੰਦੀਆਂ, ਮਾਇਆ ਨਾਲ ਕੁਝ ਕੁ ਇੱਛਾਵਾਂ ਪੂਰੀ ਹੁੰਦੀਆਂ, ਸਾਰੀਆਂ ਨਹੀਂ ਹੋਇਆ ਕਰਦੀਆਂ ਇੱਛਾਵਾਂ ਪੂਰੀ। ਇਸ ਲਈ ਜਿੱਥੇ ਇੱਛਾ ਹੋਏਗੀ ਉੱਥੇ ਚਿੰਤਾ ਜ਼ਰੂਰ ਹੋਵੇਗੀ। ਅਤੇ ਪਰਮਾਤਮਾ ਕੀ ਹੈ? ਉਹ ਹੈ ਸदैवल ਅਕਾਮ ਹੈ। ਉਹ ਤਾਂ ਸਦਾ ਹੀ ਇੱਛਾ ਤੋਂ ਰਹਿਤ ਹੈ, ਉਹਦੀ ਇੱਛਾ ਹੀ ਕੋਈ ਨਹੀਂ। ਨਿਰਬਾਧ ਸਰੂਪ ਹੈ। ਨਿਰਬਾਧ ਜਿਹੜਾ ਬੰਧਨਾਂ ਤੋਂ ਰਹਿਤ ਹੈ, ਨਿਰਬਾਧ ਸਰੂਪ ਹੈ। ਹੇ ਪਰਮਾਤਮਾ ਤੇਰਾ ਸਰੂਪ ਬੰਧਨਾਂ ਤੋਂ ਰਹਿਤ ਹੈ। ਅਸੀਂ ਤਾਂ ਕਿਸੇ ਨਾ ਕਿਸੇ ਬੰਧਨ 'ਚ ਬੱਝੇ ਹੋਏ ਹਾਂ। ਪਰਮਾਤਮਾ ਬੰਧਨਾਂ ਤੋਂ ਰਹਿਤ ਹੈ, ਉਹ ਨਿਰਬਾਧ ਹੈ। ਅਗਾਧ ਹੈ, ਅਨੂਪ ਹੈ। ਅਗਾਧ ਹੁੰਦਾ ਅਥਾਹ। ਹੇ ਪਰਮਾਤਮਾ ਤੂੰ ਅਥਾਹ ਹੈ, ਪਾ ਤੂੰ ਬੇਅੰਤ ਹੈ। ਅਨੂਪ ਹੈ, ਉਪਮਾ ਤੋਂ ਰਹਿਤ ਹੈ। ਸਮਸਤੁਲ ਦਾ ਮਤਲਬ ਸਦਾ ਹੀ। ਸਲਾਮ ਤੋਂ ਭਾਵ ਸਲਾਮਤ। ਸਮਸਤੁਲ ਸਲਾਮ ਹੈ। ਹੇ ਪਰਮਾਤਮਾ ਤੂੰ ਸਦਾ ਸਲਾਮਤ ਹੈ। ਸदैवल ਅਕਾਮ ਹੈ, ਤੂੰ ਸਦਾ ਹੀ ਇੱਛਾ ਤੋਂ ਰਹਿਤ ਹੈ। ਨਿਰਬਾਧ ਸਰੂਪ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਅਗਾਧ ਹੈ, ਤੂੰ ਅਥਾਹ ਹੈ। ਅਨੂਪ ਹੈ, ਤੂੰ ਉਪਮਾ ਤੋਂ ਰਹਿਤ ਹੈ। ਭਾਵ ਤੇਰੀ ਕੋਈ ਵਡਿਆਈ ਸਾਰੀ ਕਰ ਹੀ ਨਹੀਂ ਸਕਦਾ। ਓੰ ਆਦ ਰੂਪੈ, ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ। ਓੰ ਪਰਮਾਤਮਾ ਨੂੰ ਕਹਿੰਦੇ ਨੇ। ਇਹ 3 ਸ਼ਬਦ ਹੈ, ਊੜਾ ਆੜਾ ਮੰਮਾ। ਓਮ ਆਪਾਂ ਅੱਧਾ ਗੱਗਾ ਬੋਲਦੇ, ਹਿੰਦੀ ਵਾਲੇ ਇਸ ਨੂੰ ਮੰਮਾ ਬੋਲਦੇ ਨੇ। ਉਹ ਕਹਿੰਦੇ ਓਮ ਹੈ ਨਾ, ਓਮ। ਉਹ ਵੀ 3 ਸ਼ਬਦ। ਓਮ ਜਿਹੜਾ ਸ਼ਬਦ ਦੇਖੋ ਨਾ, 2 ਤੋਂ ਬਣੇ, ਊੜਾ ਤੇ ਮੰਮਾ ਨਹੀਂ। ਓਮ ਓ ਅ ਮ,
ਓ ਫਿਰ ਆੜਾ ਫਿਰ ਮੰਮਾ ਓਮ ਪਰਮਾਤਮਾ ਓੰ ਹੇ ਪਰਮਾਤਮਾ ਆਦਿ ਰੂਪ ਹੈ, ਤੂੰ ਸਭ ਦਾ ਆਦਿ ਹੈ। हे परमात्मा तू सब दा आदि है, सब दा आरंभ है, तू ही ये सारी सृष्टि बनाई है, तू सब दा आदि है। अनाद स्वरूप है, तेरा अपना आदि कोई नहीं, तेरा अपना कोई आरंभ नहीं, किसी नूं कोई पता नहीं तू कदों होंद विच आए, तेरा कोई आदि नहीं, तू अनाद है। अन आदि अनाद दो शब्दों से बने, अन आद, अन मैंने बिना, आद मैंने आरंभ, तेरा कोई आद नहीं है। हाँ तू सारे दा आद है, ओं आदि रूप है। हे परमात्मा तू सारे दा आद है, पर आप आद तो रहत है। अनंगी, ये नंगी नहीं कपड़े नहीं पाए, अनंगी दो शब्दां बनया अन अंगी, जिहदा कोई अंग ना होवे। साढ़े ते अंग ने ना, मूँह भी है, लत्तां है, बाहां है, सब कुछ है। परमात्मा कोई अंग नहीं है, परमात्मा दा कोई अंग नहीं है। जे अंग हुंदा सानूं दिस पैंदा इहो जिहा, ਉਹਦਾ कोई अंग नहीं। हे परमात्मा तू अनंगी है, अनामे तेरा कोई नाम नहीं है, ਉਹਦਾ कोई नाम नहीं। ਅਸੀਂ ਤਾਂ ਉਹਦੇ ਕੰਮਾਂ ਨੂੰ ਵੇਖ ਕੇ ਉਹਦੇ ਨਾਮ ਰੱਖ ਲੈਣੇ, ਕੰਮਾਂ ਨੂੰ ਵੇਖਿਆ ਉਹਦੇ ਨਾਮ ਰੱਖ ਲਏ। ਕਿਸੇ ਨੇ ਕਹਿੰਦੇ ਰਾਮ, ਵੀ ਜਿਹੜਾ ਸਾਰਿਆਂ ਦੇ 'ਚ ਰਮਿਆ ਹੋਇਆ, ਸਾਰਿਆਂ 'ਚ ਵਸਦਾ ਹੈ, ਇਸ ਲਈ ਉਹਦਾ ਨਾਂ ਰੱਖ ਲਿਆ ਰਾਮ। ਕਿ ਰੱਖਦਾ ਅੱਲਾਹ, ਜਿਹਨੂੰ ਲੱਭਿਆ ਨਹੀਂ ਜਾ ਸਕਦਾ, ਅੱਲਾਹ ਜਿਸ ਨੂੰ ਲੱਭਿਆ ਨਹੀਂ ਜਾ ਸਕਦਾ ਉਹਦਾ ਨਾਂ ਰੱਖਦਾ ਅੱਲਾਹ, ਇਸ ਨਾਮ ਰੱਖ ਲਿਆ। ਆਪਾਂ ਰੱਖ ਲਿਆ ਵਾਹਿਗੁਰੂ। ਕੋਈ ਉਹਦਾ ਅਚਰਜ ਚੀਜ਼ ਕੋਈ ਵੇਖੀ, ਵਾਹ ਵਾਹ, ਆਪਾਂ ਕਰ ਉਹਦਾ ਨਾਂ ਰੱਖ ਵਾਹਿਗੁਰੂ, ਵਾਹਿਗੁਰੂ। ਸੋ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਉਹਦਾ ਕੀ ਨਾਮ ਹੈ, ਇਹ ਤਾਂ ਉਹਦੇ ਕੀਰਤਮ ਨਾਮ ਨੇ। ਕੀਰਤਮ ਨਾਮ ਕਥਾ ਮੇਰੀ ਜੇਬ, ਇਹ ਉਹਦੇ ਕੀਰਤਮ ਨਾਮ। ਉਹਦੀ ਕਿਰਤ ਵੇਖਿਆ, ਉਹਦਾ ਕੰਮ ਵੇਖਿਆ, ਉਹ ਕੰਮ ਦੇ ਆਧਾਰ 'ਤੇ ਉਹਦਾ ਨਾਮ ਰੱਖ ਲਿਆ। ਜਿਹੜਾ ਕੱਪੜੇ ਸਮੇਂ ਉਹਦਾ ਅਸੀਂ ਨਾਂ ਰੱਖ ਲਿਆ, ਇਹ ਦਰਜੀ ਹੈ ਜੀ, ਕਹਿੰਦੇ। ਜਿਹੜਾ ਲੋਹੇ ਦਾ ਕੰਮ ਕਰੇ ਇਹ ਲੋਹਾਰ ਹੈ ਜੀ, ਜਿਹੜਾ ਸੋਨੇ ਦਾ ਕੰਮ ਕਰੇ ਇਹ ਸੁਨਿਆਰ ਹੈ ਜੀ, ਜਿਹੜਾ ਲੱਕੜੀ ਦਾ ਕੰਮ ਕਰੇ ਤਰਖਾਣ ਹੈ। ਆਪਾਂ ਨਾਮ ਰੱਖ ਲੈਣਾ, ਉਹਦੇ ਕੰਮ ਨੂੰ ਵੇਖ ਕੇ ਉਹਦਾ ਨਾਮ ਰੱਖਿਆ ਹੈ। ਇਸ ਲਈ ਪਰਮਾਤਮਾ ਦੇ ਅਨੇਕਾਂ ਕੰਮ ਨੇ, ਇਸ ਲਈ ਉਹਦੇ ਅਨੇਕਾਂ ਨਾਮ ਨੇ। ਹੁਣ ਜਿਹਦਾ ਕੋਈ ਨਾਮ ਨਹੀਂ ਹੈ। ਅਨੰਗੀ, हे परमात्मा तेरा कोई अंग नहीं है। अनामे, तेरा कोई नाम नहीं है। त्रिभंगी, तू तिन्ना लोकां नूं नाश करन वाला है। ਤਿੰਨ ਨੂੰ ਕਹਿੰਦੇ, ਤਿੰਨ ਲੋਕ ਨੇ, ਮਾਤ ਲੋਕ, ਆਕਾਸ਼ ਲੋਕ, ਪਾਤਾਲ ਲੋਕ। ਤੂੰ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲਾ ਹੈ। ਤ੍ਰਿਭੰਗੀ, ਤ੍ਰਿਕਾਮੇ, ਤੂੰ ਤਿੰਨਾਂ ਲੋਕਾਂ ਦੀ ਇੱਛਾਵਾਂ ਪੂਰੀਆਂ ਕਰਨ ਵਾਲਾ। ਕਾਮ ਇੱਛਾ ਨੂੰ ਕਹਿੰਦੇ। ਤੂੰ ਤਿੰਨਾਂ ਲੋਕਾਂ ਦੀ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਤੂੰ ਤਿੰਨਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਇਸੇ ਤਰ੍ਹਾਂ ਤ੍ਰਿਕਾਮੇ। ਤ੍ਰਿਭੰਗੀ, ਜੋ ਤਿੰਨਾਂ ਲੋਕਾਂ ਨੂੰ ਨਾਸ਼ ਕਰਨ, ਮਾਰਨ ਵਾਲਾ ਹੈ, ਜੋ ਤਿੰਨਾਂ ਲੋਕਾਂ ਦਾ ਨਾਸ਼ ਕਰਨ ਉਹਨੂੰ ਕਹਿੰਦੇ ਤ੍ਰਿਭੰਗੀ। ਜੋ ਤਿੰਨਾਂ ਲੋਕਾਂ ਦੀ ਇੱਛਾਵਾਂ ਪੂਰੀਆਂ ਕਰਦਾ ਉਹਨੂੰ ਕਹਿੰਦੇ ਤ੍ਰਿਕਾਮੇ, ਉਹਨੂੰ ਕਹਿੰਦੇ ਤ੍ਰਿਕਾਮੇ। ਸੋ ਫਿਰ ਦੇਖ ਲਓ, ਓੰ ਆਦਿ ਰੂਪ ਹੈ। हे परमात्मा तू सब दा आद है। अनाद स्वरूप है, पर तेरा अपना कोई आद नहीं है, तेरा अपना कोई आरंभ नहीं है। अनंगी, तेरा कोई अंग नहीं है। अनामे, तेरा कोई नाम नहीं है। त्रिभंगी, तू तिन्ना लोकां नूं नाश करन वाला है। त्रिकामे, तू तिन्ना लोकां दी इच्छावां पूरीआं करन वाला है। त्रिवर्गं, त्रिवादे, अगंजे, अगाधे, सुभंग, सरभागे, सुसरबा, अनुरागे। त्रिवर्गं, ਤਿੰਨ ਨੂੰ ਕਹਿੰਦੇ ਨੇ।
ਤ੍ਰਿਵਰਗੰ ਤੂੰ ਤਿੰਨਾਂ ਭਵਨਾਂ ਦਾ ਮਾਲਕ ਹੈ। ਮਾਤ ਲੋਕ, ਆਕਾਸ਼ ਲੋਕ, ਪਤਾਲ ਲੋਕ ਦਾ ਤੂੰ ਮਾਲਕ ਹੈ। ਤਿੰਨ ਭਵਨ ਗਿਣੇ ਗਏ ਨੇ। ਇਹਨੂੰ ਤਿੰਨ ਲੋਕ ਵੀ ਕਹਿੰਦੇ ਨੇ। ਤਿੰਨ ਭਵਨਾਂ ਨੂੰ ਤਿੰਨ ਲੋਕ ਵੀ ਕਹਿੰਦੇ ਨੇ। ਤਿੰਨ ਲੋਕ ਵੀ ਇਹੀ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਤਿੰਨ ਭਵਨ ਵੀ ਇਹੀ ਨੇ, ਮਾਤ ਲੋਕ, ਆਕਾਸ਼ ਲੋਕ, ਪਤਾਲ ਲੋਕ। ਤ੍ਰਿਵਰਗੰ ਤ੍ਰਿਵਰਗੰ ਤੂੰ ਤਿੰਨਾਂ ਭਵਨਾਂ ਦਾ ਮਾਲਕ ਹੈ। ਤ੍ਰਿਵਾਦੇ ਤੂੰ ਤਿੰਨਾਂ ਭਵਨਾਂ ਨੂੰ ਬੰਨਣ ਵਾਲਾ ਹੈ। ਆਪ ਤਾਂ ਆਬਾਦੇ ਹੈ, ਉਹਨੂੰ ਤਾਂ ਕੋਈ ਬੰਨਣ ਵਾਲਾ ਨਹੀਂ ਹੈ, ਪਰ ਉਹਨੇ ਤਿੰਨਾਂ ਭਵਨਾਂ ਨੂੰ ਬੰਨਿਆ ਹੋਇਆ ਆਪਣੇ ਨਿਯਮ 'ਚ, ਆਪਣੇ ਸੂਤਰ ਦੇ ਵਿੱਚ ਤਿੰਨਾਂ ਭਵਨਾਂ ਨੂੰ ਬੰਨਿਆ ਹੋਇਆ। ਤ੍ਰਿਵਾਦੇ ਅਗੰਜੇ ਤੈਨੂੰ ਕੋਈ ਨਾਸ ਨਹੀਂ ਕਰ ਸਕਦਾ। ਅਗੰਜੇ ਹੈ, ਤੂੰ ਸਦਾ ਰਹਿਣ ਵਾਲਾ ਹੈ। ਅਵਿਨਾਸ਼ੀ ਜਿਹਨੂੰ ਕਹਿੰਦੇ। ਅਗਾਧੇ ਅਥਾਹ ਨੂੰ ਕਹਿੰਦੇ। ਤੂੰ ਅਵਿਨਾਸ਼ੀ ਹੈ, ਤੂੰ ਅਥਾਹ ਹੈ। ਸੁਭੰਗ ਸਰਬ ਭਾਗੇ। ਭਾਗੇ ਮੈਨੇ ਸਰੀਰ ਦੇ ਅੰਗ, ਸਰਬ ਭਾਗੇ ਸਾਰੇ ਅੰਗ। ਸੁਭੰਗ ਪਵਿੱਤਰ, ਤੂੰ ਤੇਰੇ ਸਾਰੇ ਅੰਗ ਪਵਿੱਤਰ ਹਨ। ਤੂੰ ਪਵਿੱਤਰ ਅੰਗਾਂ ਵਾਲਾ ਹੈ। ਉਂਝ ਦਾ ਕੋਈ ਅੰਗ ਨਹੀਂ ਹੈ। ਸਹਿਸ ਸਭ ਨੈਣ ਨਨ ਨੈਣ ਹੈ ਤੋਹੇ ਕੋ। ਉਂਝ ਤੇਰੇ ਹਜ਼ਾਰ ਅੱਖਾਂ ਨੇ, ਉਂਝ ਤੇਰੀ ਕੋਈ ਵੀ ਅੱਖ ਨਹੀਂ ਹੈ। ਹੁਣ ਤੁਸੀਂ ਕਹੋ ਕਿਉਂ ਬਈ? ਪਰਮਾਤਮਾ ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਪਰਮਾਤਮਾ ਦੇ ਦੋ ਸਰੂਪ ਨੇ, ਨਿਰਗੁਣ ਸਰਗੁਣ। ਨਿਰਗੁਣ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਸਰਗੁਣ ਜਿਹੜਾ ਅੱਖਾਂ ਨਾਲ ਦਿਸਦਾ ਹੈ। ਆਪਾਂ ਜਿੰਨੇ ਵੀ ਤੁਸੀਂ ਕਥਾ ਵਾਰਤਾ, ਜਿੰਨਾ ਸੰਸਾਰ ਹੈ ਸਾਰਾ ਸਰਗੁਣ ਹੈ। ਤੁਸੀਂ ਸਾਰੇ ਰੱਬ ਹੀ ਬੈਠੇ ਹੋਏ ਹੋ। ਤੁਸੀਂ ਪਰਮਾਤਮਾ ਦਾ ਸਰਗੁਣ ਸਰੂਪ ਹੋ। ਜਦੋਂ ਨਿਰਗੁਣ ਸਰੂਪ ਹੁੰਦਾ ਉਹ ਇਕੱਲਾ ਹੀ ਹੁੰਦਾ, ਉਹ ਇਕੱਲਾ ਹੀ ਹੁੰਦਾ। ਉਹਦਾ ਸਰੂਪ ਨਹੀਂ ਦਿਸਦਾ, ਇਸ ਲਈ ਉਹਨੂੰ ਕਹਿੰਦੇ ਨਿਰਗੁਣ। ਜਦੋਂ ਦਾ ਸਰੂਪ ਦਿਸਦਾ ਉਹਨੂੰ ਕਹਿੰਦੇ ਸਰਗੁਣ। ਇਸ ਲਈ ਉਹਦੇ ਅੰਗ ਨਹੀਂ, ਉਹਦਾ ਕੋਈ ਅੰਗ ਨਹੀਂ ਜਦੋਂ ਨਿਰਗੁਣ ਹੈ। ਜਦੋਂ ਸਰਗੁਣ ਹੈ ਫਿਰ ਅੰਗਾਂ ਵਾਲਾ। ਹੁਣ ਸਾਡੇ ਅੰਗ ਨੇ ਨਾ, ਅਸੀਂ ਉਹਦਾ ਹੀ ਰੂਪ। ਜੋ ਦੀਸੈ ਸੋ ਤੇਰਾ ਰੂਪ। ਜੋ ਵੀ ਦਿਖਾਈ ਦੇ ਰਿਹਾ ਹੈ ਪਰਮਾਤਮਾ, ਉਹ ਤੇਰੇ ਰੂਪ ਹੈ, ਉਹ ਤੇਰੇ ਸਰੂਪ ਹੈ। ਇਸ ਲਈ ਸੁਭੰਗ ਸਰਬ ਭਾਗੇ। ਸੁਭੰਗ ਹੁੰਦਾ ਪਵਿੱਤਰ, ਤੇਰੇ ਸਾਰੇ ਅੰਗ ਪਵਿੱਤਰ ਹਨ। ਤੂੰ ਪਵਿੱਤਰ ਅੰਗਾਂ ਵਾਲਾ ਹੈ। ਸੋ ਸਰਬਾ ਅਨੁਰਾਗੇ। ਸਰਬਾ ਮੈਨੇ ਸਭ, ਅਨੁਰਾਗੇ ਦਾ ਪਿਆਰ ਕਰਨ ਵਾਲਾ। ਸੋ ਸਰਬਾ ਅਨੁਰਾਗੇ, ਪਰਮਾਤਮਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ। ਅਨੁਰਾਗ ਪਿਆਰ ਨੂੰ ਕਹਿੰਦੇ, ਉਹ ਸਾਰਿਆਂ ਨੂੰ ਪਿਆਰ ਕਰਦਾ ਹੈ। ਇਸ ਲਈ ਜਿਉਂ ਜਿਉਂ ਅਸੀਂ ਨਾਮ ਜਪੀ ਜਾਵਾਂਗੇ, ਅਸੀਂ ਸੰਸਾਰ ਨੂੰ ਨਫ਼ਰਤ ਕਰਨੋਂ ਹਟ ਜਾਵਾਂਗੇ। ਜਿਹੜੇ ਲੋਕ ਨਾਮ ਨਹੀਂ ਜਪਦੇ, ਭਜਨ ਬੰਦਗੀ ਨਹੀਂ ਕਰਦੇ, ਉਹ ਕਿਸੇ ਜਾਤ ਨੂੰ ਨਫ਼ਰਤ ਕਰ ਰਹੇ ਨੇ, ਕਿਸੇ ਕੌਮ ਨੂੰ ਨਫ਼ਰਤ ਕਰ ਰਹੇ ਨੇ। ਕਿਉਂ? ਦੇਖਣ ਨੂੰ ਧਾਰਮਿਕ ਨੇ, ਅੰਦਰੋਂ ਕੋਈ ਧਾਰਮਿਕ ਨਹੀਂ ਹੈਗੇ। ਹੁਣ ਧਾਰਮਿਕ ਕੱਪੜੇ ਪਾ ਲਏ, ਉਹ ਧਾਰਮਿਕ ਥੋੜ੍ਹੇ ਹੋ ਗਏ। ਜਿਹੜਾ ਅੰਦਰੋਂ ਧਾਰਮਿਕ ਨਹੀਂ ਤੇ ਬਾਹਰੋਂ ਧਾਰਮਿਕ ਕੱਪੜੇ ਪਾ ਰਹੇ, ਉਹਨੂੰ ਕਹਿੰਦੇ ਪਖੰਡੀ। ਉਹਨੂੰ ਪਖੰਡੀ ਕਿਹਾ, ਹੋਰ ਕਿਹਨੂੰ ਕਿਹਾ? ਇਹ ਜੀ ਪਖੰਡ ਕਰਦਾ ਹੈ। ਧਾਰਮਿਕ ਹੈ ਨਹੀਂ, ਪਰ ਧਾਰਮਿਕ ਹੋਣ ਦਾ ਵਿਖਾਵਾ ਕਰ ਰਿਹਾ ਹੈ। ਜਿਹੜਾ ਬੰਦਾ ਧਾਰਮਿਕ ਨਾ ਹੋਵੇ ਤੇ ਧਾਰਮਿਕ ਹੋਣ ਦਾ ਵਿਖਾਵਾ ਕਰੇ, ਉਹਨੂੰ ਕਹਿੰਦੇ ਨੇ ਪਖੰਡੀ। ਲੋਕ ਪਖੰਡੀ ਨੇ, ਇਸ ਕਰਕੇ ਧਾਰਮਿਕ ਤਾਂ ਹੈ ਨਹੀਂ, ਇਸ ਲਈ ਨਫ਼ਰਤ ਕਰਦੇ ਨੇ। ਇਸ ਲਈ ਦੂਜੇ ਨੂੰ, ਕਿਸੇ ਦੂਜੇ ਧਰਮ ਵਾਲੇ ਨੂੰ ਨਫ਼ਰਤ ਕਰਨੀ ਹੈ, ਦੂਜੀ ਜਾਤ ਨੂੰ ਨਫ਼ਰਤ ਕਰਨੀ ਹੈ, ਦੂਜੀ ਕੌਮ ਨੂੰ ਨਫ਼ਰਤ ਕਰਨੀ ਹੈ। ਅੰਦਰੋਂ ਧਾਰਮਿਕ ਨਹੀਂ ਹੈਗੇ। ਜਿਹੜਾ ਬੰਦਾ ਅੰਦਰੋਂ ਧਾਰਮਿਕ ਨਹੀਂ ਤੇ ਬਾਹਰੋਂ ਧਾਰਮਿਕ ਵਿਖਾਈ ਦਿੰਦਾ, ਉਹਨੂੰ ਕਹਿੰਦੇ ਕੱਟੜ। ਉਹ ਕੱਟੜ ਵੀ ਹੁੰਦਾ ਹੈ। ਉਹ ਆਪਣੇ ਧਰਮ ਨੂੰ ਤਾਂ ਠੀਕ ਕਹਿੰਦਾ, ਬਾਕੀ ਨੂੰ ਕਹਿੰਦੇ ਤਾਂ ਐਵੇਂ ਹੀ ਨੇ, ਇਹ ਤਾਂ ਐਵੇਂ ਹੀ ਨੇ। ਇਹ ਨਹੀਂ ਹੋਣੇ ਚਾਹੀਦੇ, ਸਾਡਾ ਹੀ ਹੋਣਾ ਚਾਹੀਦਾ ਬਸ। ਸੋ ਪਰਮਾਤਮਾ ਇਹਨਾਂ ਗੱਲਾਂ ਤੋਂ ਉੱਪਰ ਹੈ। ਜਿਉਂ ਜਿਉਂ ਅਸੀਂ ਨਾਮ ਜਪੀ ਜਾਂਗੇ, ਸਾਡੀ ਅਵਸਥਾ ਉੱਚੀ ਹੁੰਦੀ ਜਾਏਗੀ। ਜਿਉਂ ਜਿਉਂ ਅਵਸਥਾ ਉੱਚੀ ਹੁੰਦੀ ਜਾਏਗੀ, ਸਮਾਂ ਪਾ ਕੇ ਸਾਰਾ ਸੰਸਾਰ ਹੀ ਆਪਣਾ ਲੱਗਣ ਲੱਗਦਾ, ਕੋਈ ਬੇਗਾਨਾ ਲੱਗਦੇ ਨਹੀਂ।
ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਹੁਣ ਇਹੀ ਕਿਹਾ, ਸਾਡੇ ਲਈ ਕੋਈ ਵੈਰੀ ਨਹੀਂ, ਸਾਡੇ ਲਈ ਕੋਈ ਬੇਗਾਨਾ ਨਹੀਂ, ਸਾਡੀ ਤਾਂ ਸਾਰਿਆਂ ਨਾਲ ਹੀ ਬਣਦੀ ਹੈ। ਸਗਲ ਸੰਗ ਹਮਕੋ ਬਣਾਈ, ਸਾਡੀ ਤਾਂ ਸਾਰਿਆਂ ਨਾਲ ਹੀ ਬਣਦੇ, ਸਾਡਾ ਤਾਂ ਕੋਈ ਵੈਰੀ ਨਹੀਂ, ਸਾਡੇ ਲਈ ਕੋਈ ਬੇਗਾਨੇ ਨਹੀਂ। ਉੱਚੀ ਅਵਸਥਾ 'ਤੇ ਚਲੇ ਗਏ। ਸੋ ਇਸ ਲਈ ਇਹ ਤਾਂ ਨੀਵੀਂ ਅਵਸਥਾ ਵਾਲੇ ਲੋਕ ਨੇ, ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ, ਨਫ਼ਰਤ ਫੈਲਾਉਂਦੇ ਨੇ, ਨਫ਼ਰਤ ਵਾਲੇ ਲੈਕਚਰ ਕਰਦੇ ਨੇ ਸਟੇਜਾਂ 'ਤੇ ਖਲੋ ਖਲੋ ਕੇ, ਅਤੇ ਸ਼ੋਅ ਐਂ ਕਰਦੇ ਨੇ ਅਸੀਂ ਬੜੇ ਧਾਰਮਿਕ ਬੰਦੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਤ੍ਰਿਵਰਗੰ ਤ੍ਰਿਬਾਦੇ। ਫਿਰ ਸੁਣ ਲਓ ਇੱਕ ਵਾਰੀ, ਤ੍ਰਿਵਰਗੰਗ ਹੁੰਦਾ ਤਿੰਨਾਂ ਭਵਨਾਂ ਦਾ ਮਾਲਕ, ਤ੍ਰਿਵਾਦੇ ਤਿੰਨਾਂ ਭਵਨਾਂ ਨੂੰ ਬੰਨ੍ਹਣ ਵਾਲਾ, ਅਗੰਜੇ ਅਵਿਨਾਸ਼ੀ ਜਿਹੜਾ ਕਦੇ ਮਰੇ ਨਾ, ਨਾਸ਼ ਨਾ ਹੋਵੇ, ਅਗੰਜੇ ਅਗਾਧੇ ਅਥਾਹ, ਸੁਭੰਗ ਪਵਿੱਤਰ, ਭਾਗੇ ਅੰਗ ਜਿਹਦੇ ਸਾਰੇ ਅੰਗ ਪਵਿੱਤਰ ਹਨ। ਸੋ ਸਰਬਾ ਸਾਰੇ, ਅਨੁਰਾਗੇ ਪਿਆਰ ਕਰਨ ਵਾਲਾ, ਪਰਮਾਤਮਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ, ਉਹਦੇ ਸਾਰੇ ਅੰਗ ਪਵਿੱਤਰ ਨੇ। ਉਹ ਅਗਾਧੇ ਉਥਾਹ ਹੈ, ਅਗੰਜੇ ਅਵਿਨਾਸ਼ੀ ਹੈ, ਤ੍ਰਿਬਾਦੇ ਤਿੰਨਾਂ ਨੂੰ ਬੰਨ੍ਹਣ ਵਾਲਾ, ਤਿੰਨਾਂ ਭਵਨਾਂ ਨੂੰ ਬੰਨ੍ਹਣ ਵਾਲਾ ਹੈ, ਤ੍ਰਿਵਰਗੰਗ ਅਤੇ ਤਿੰਨਾਂ ਭਵਨਾਂ ਦਾ ਉਹ ਮਾਲਕ ਹੈ। ਸੋ 129 ਤੱਕ ਛੰਦ ਹੋ ਗਏ ਨੇ, ਬਾਕੀ ਫਿਰ ਕੱਲ੍ਹ ਨੂੰ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।